ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰੀ ਫੇਰ ਅਸੀਂ ਲਾਈਵ ਹੋ ਚੁੱਕੇ ਹਾਂ। ਮੇਰਾ ਨਾਮ ਰੇਨੂ ਮੂਮ ਹੈ ਤੇ ਮੈਂ ਹਮੇਸ਼ਾ ਹੀ ਆਪਣੇ ਪੇਜ ਤੇ ਲਾਈਵ ਕਰਦੀ ਹਾਂ। ਮੈਂ ਪੇਜ ਦੀ ਓਨਰ ਹਾਂ। ਮੈਂ ਇਟਲੀ ਤੋਂ ਹਾਂ। ਮੈਂ ਲਿਖਿਆ ਹੋਇਆ ਆ। ਸੋ ਅੱਜ ਜਿਹੜਾ ਲਾਈਵ ਮੇਰਾ ਹਮੇਸ਼ਾ ਹੀ ਕਹਿੰਦੀ ਹੁੰਦੀ ਹੈ ਬੜਾ ਖਾਸ ਆ, ਕਿਉਂਕਿ ਅੱਜ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਪੰਜ ਮੋਮਸ ਨੇ ਜੋ ਅੱਜ ਆਪਣੀ ਬਿਜ਼ਨਸ ਦੀ ਜਰਨੀ ਅੱਜ ਸ਼ੇਅਰ ਕਰਨਗੇ। ਜੋ ਵੀ ਮੋਮਸ ਇੱਥੇ ਆਣਗੀਆਂ ਉਹ ਕੋਈ ਐਕਸਪੀਰੀਅੰਸ ਹੋਲਡਰ ਨਹੀਂ ਹੈਗੇ। ਉਹ ਪਹਿਲਾਂ ਤੋਂ ਹੀ ਜਿਹੜੇ ਹੈਗੇ ਨੇ, ਇੱਕ ਜਿਸ ਤਰ੍ਹਾਂ ਨਵਾਂ ਬੰਦਾ ਆਉਂਦਾ ਨਾ ਕੋਈ ਚੀਜ਼, ਹਰ ਚੀਜ਼ ਡਰਦਾ ਆ। ਅੱਜ ਉਹਨਾਂ ਦੇ ਉਹ ਮਾਹੌਲ ਹੈਗਾ, ਪਰ ਮੈਂ ਵੀ ਉਹਨਾਂ ਚੀਜ਼ ਸਮਝ ਸਕਦੀ ਹਾਂ, ਕਿਉਂਕਿ ਮੈਨੂੰ ਆਪਣਾ ਫਸਟ ਲਾਈਵ ਚੇਤਾ ਆ ਜਾਂਦਾ ਜਦੋਂ ਮੈਂ ਜੁਆਇਨ ਕੀਤਾ ਸੀ ਇਸ ਬਿਜ਼ਨਸ ਨੂੰ। ਮੈਨੂੰ ਲਾਈਵ ਕਰਨ ਨੂੰ ਜਦੋਂ ਮੈਂ ਗਈ ਸੀ ਤੇ ਮੈਨੂੰ ਪਤਾ ਕਿ ਮੈਂ ਉਸ ਵੇਲੇ ਬੰਦ ਕਰਕੇ ਪਿੱਛੇ ਆ ਗਈ ਸੀ। ਪਰ ਅੱਜ ਜਿਹੜੇ ਲਾਈਵ ਨੇ ਬੜੇ ਖਾਸ ਨੇ। ਅੱਜ ਡਿਫਰੈਂਟ ਕੰਟਰੀਜ਼ ਤੋਂ ਸਾਡੇ ਨਾਲ ਜੁਆਇਨ ਕੀਤਾ ਆ। ਸਪੇਨ ਤੋਂ ਨੇ, ਇਟਲੀ ਤੋਂ ਨੇ, USA ਤੋਂ, ਆਸਟਰੀਆ ਤੋਂ। ਤੇ ਮਿਲਾਉਂਦੇ ਆ ਸਾਰਿਆਂ ਦੇ ਨਾਲ, ਜਿੰਨੇ ਵੀ ਸਾਰੇ ਡਰ ਦੇ ਮਾਹੌਲ ਦੇ ਵਿੱਚ ਨੇ। ਅੱਜ ਸਾਰੇ ਹੀ ਸ਼ਾਇਦ ਉਹਨਾਂ ਦਾ ਵਹਿਮ ਦੂਰ ਹੋ ਜਾਏਗਾ ਕਿ ਸਿਰਫ ਕਿਤੇ ਸਿਰਫ ਇਟਲੀ ਵਾਲੇ ਬਿਜ਼ਨਸ ਨਹੀਂ ਕਰਦੇ, ਪਰ ਤੁਹਾਨੂੰ ਮਿਲਾਉਂਦੇ ਆ ਸਾਰੇ ਜਿੰਨੇ ਵੀ ਲੋਕ ਨੇ ਸਾਡੇ ਨਾਲ ਬਿਜ਼ਨਸ ਕਰਦੇ ਡਿਫਰੈਂਟ ਕੰਟਰੀ ਤੇ ਕਰਦੇ ਆ ਉਹਨਾਂ ਦੀ ਸ਼ੁਰੂਆਤ ਤੇ ਮਿਲਦੇ ਉਹਨਾਂ ਨੂੰ ਇੱਕ 1 ਬਾਏ 1 ਤੇ ਪੁੱਛਦੇ ਉਹਨਾਂ ਦਾ ਕਾਰਨ ਤੇ ਉਹਨਾਂ ਨੇ ਕਿਉਂ ਜੁਆਇਨ ਕੀਤਾ। ਤੇ ਆਜੋ ਕਰਦੇ ਆ ਸ਼ੁਰੂਆਤ ਜੀ। ਤੇ ਆਜੋ ਸਾਰੀਆਂ ਮੋਮਸ। हेलो एवरीवन। सत श्री अकाल जी। सत श्री अकाल। नमस्कार जी। नमस्कार। कैसे हो? ठीक ठाक हो? हाँ जी, सब बढ़िया। हमारा जो आज लाइव होने वाला है ना, वो मिक्सअप होने वाला है। हिंदी भी बीच में चलेगी, पंजाबी भी ਜਿਹੜੀ ਸਾਡੀ ਤੁਹਾਨੂੰ ਪਤਾ ਹੈ ਆਪਣੀ ਹੈਗੀ ਆ, ਆਪਾਂ ਛੱਡਦੇ ਨਹੀਂ ਤੇ ਉਹ ਸਾਰਾ ਮਿਕਸ ਚੱਲਣਾ ਆ। ਸੋ ਸਤਿ ਸ਼੍ਰੀ ਅਕਾਲ ਸਾਰਿਆਂ ਮਮਸ ਨੂੰ। ਸੋ ਥੈਂਕ ਯੂ ਸੋ ਮਚ ਫਸਟ ਆਫ ਆਲ ਮੇਰੀ ਇਨਵੀਟੇਸ਼ਨ ਐਕਸੈਪਟ ਕਰਨ ਦੇ ਲਈ ਤੇ ਆਪਣੇ ਬੱਚਿਆਂ ਨੂੰ ਸਾਂਭ ਕੇ ਇੱਕ ਪਾਸੇ ਤੇ ਅੱਜ ਲਾਈਵ ਕਰਨ ਦੇ ਲਈ ਥੈਂਕ ਯੂ ਸੋ ਮਚ। ਤੇ ਮੈਨੂੰ ਪਤਾ ਆ ਅੱਜ ਡਰ ਦਾ ਮਾਹੌਲ ਵੀ ਆ, ਡਰਦੇ ਵੀ ਪਏ ਹੋ, ਦਿਲ ਦੁੱਖ ਵੀ ਕਰਦਾ ਹੋਣਾ ਆ, ਪਰ ਇਹ ਨੋਰਮਲ ਆ, ਕੋਈ ਚੱਕਰ ਨਹੀਂ ਹੈਗਾ। ਸੋ ਮੈਂ ਫਸਟਲੀ ਜਿਹੜੀ ਸ਼ੁਰੂਆਤ ਆ ਉਹ ਕਰਾਂਗੀ ਤਰਿੰਦਰ ਦੀਦੀ ਤੋਂ। ਸੋ ਤਰਿੰਦਰ ਦੀਦੀ, ਜਿੰਨੇ ਵੀ ਸਾਡੇ ਅੱਜ ਦੇਖਣ ਵਾਲੇ ਨੇ, ਮੈਂ ਆਪਣਾ ਪਰਿਵਾਰ ਕਹਿੰਦੀ ਹੁੰਦੀ ਹਮੇਸ਼ਾ, ਤੇ ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿੱਥੋਂ ਹੋ ਤੇ ਕੀ ਕਰਦੇ ਹੋ ਤੇ ਤੁਹਾਡਾ ਕੀ ਜੁਆਇਨਿੰਗ ਦਾ ਕਾਰਨ ਰਿਹਾ ਬਿਜ਼ਨਸ ਨੂੰ। ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ। ਮੇਰਾ ਨਾਮ ਤਰਿੰਦਰਜੀਤ ਕੌਰ ਹੈ। ਮੈਂ ਸਪੇਨ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਪਿਛਲੇ 15 ਸਾਲਾਂ ਤੋਂ ਰਹਿ ਰਹੀ ਹਾਂ। ਮੇਰੀ ਫੈਮਿਲੀ ਦੇ ਵਿੱਚ ਮੇਰੀ ਬੇਟੀ ਹੈ, ਇਹ 15 ਸਾਲ ਦੀ, ਤੇ ਮੇਰੇ ਹਸਬੈਂਡ ਆ। ਤੇ ਮੈਂ ਬੇਸਿਕਲੀ ਇੰਡੀਆ ਤੋਂ ਹਾਂ, ਬਟ ਇਸ ਟਾਈਮ ਮੈਂ ਸਪੇਨ ਦੇ ਵਿੱਚ ਰਹਿ ਰਹੀ ਹਾਂ। ਮੈਂ ਸਪੇਨ ਦੇ ਵਿੱਚ ਇੱਕ ਵਰਕਿੰਗ ਵੂਮਨ ਆ, ਬਟ ਜੌਬ ਦੇ ਨਾਲ ਨਾਲ ਮੈਂ ਰੀਸੈਂਟਲੀ ਹੁਣੇ ਡਿਜੀਟਲ ਬਿਜ਼ਨਸ ਜੁਆਇਨ ਕੀਤਾ, ਜਿਸ ਨੂੰ ਜੁਆਇਨ ਕਰਕੇ ਕਿ ਮੈਂ ਬਹੁਤ ਹੀ ਹੈਪੀ ਹਾਂ। ਕਿਉਂਕਿ ਤੁਹਾਨੂੰ ਪਤਾ ਹੈ, ਜਦੋਂ ਆਪਾਂ ਇੰਡੀਆ ਦੇ ਵਿੱਚ ਆਪਣੀ ਜਿੰਨੀ ਮਰਜ਼ੀ ਸਟੱਡੀ ਹੋਵੇ, ਆਪਾਂ ਜਦੋਂ ਬਾਹਰਲੀ ਕੰਟਰੀਜ਼ ਦੇ ਵਿੱਚ ਆਉਂਦੇ ਹਾਂ, ਆਪਾਂ ਇਹਨਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਖਾਸ ਕਰਕੇ ਆ ਕੇ ਆਪਾਂ ਜ਼ੀਰੋ ਹੋ ਜਾਂਦੇ ਹਾਂ। ਜਦੋਂ ਆਪਾਂ ਕੋਈ ਵੀ ਨਵੀਂ ਸ਼ੁਰੂਆਤ ਕਰਨੀ ਆ, ਆਪਾਂ ਨੂੰ ਪਹਿਲਾਂ ਇਹਨਾਂ ਦੀ ਲੈਂਗੁਏਜ ਸਿੱਖਣੀ ਪੈਂਦੀ ਹੈ। ਉਸਨੂੰ ਸਿੱਖਦੇ ਸਿੱਖਦੇ ਕਾਫੀ ਟਾਈਮ ਲੱਗ ਜਾਂਦਾ ਤੇ ਆਪਣਾ ਵਿੱਚ ਇੱਕ ਇੰਡੀਅਨ ਲੈਂਗੁਏਜ ਦੀ, ਜਿਹੜੇ ਆਪਾਂ ਇੰਡੀਆ ਐਜੂਕੇਸ਼ਨ ਕੀਤੀ ਹੁੰਦੀ ਹੈ, ਤੇ ਇਸ ਦੇ ਨਾਲ ਕੋਈ ਮਿਕਸ ਉਹ ਨਹੀਂ ਹੁੰਦਾ ਹੈਗਾ ਕਿ ਮਿਕਸ ਕਰਕੇ ਉਹ ਇੱਕ ਗੈਪ ਪੈ ਜਾਂਦਾ ਇੱਕ ਚੀਜ਼ ਦਾ। ਬੋਲ ਸਕੀਏ ਇਹਨਾਂ ਨੂੰ। ਹਾਂ ਹਾਂਜੀ, ਇੱਕ ਚੀਜ਼ ਦਾ ਗੈਪ ਆ ਜਾਂਦਾ। ਬਟ ਫਿਰ ਵੀ ਮੈਂ ਟਰਾਈ ਕੀਤੀ, ਇਹਨਾਂ ਦੀ ਲੈਂਗੁਏਜ ਸਿੱਖੀ। ਉਸ ਤੋਂ ਬਾਅਦ ਹੁਣ ਮੈਂ 8 ਸਾਲ ਹੋ ਗਏ ਇੱਕ ਕੰਪਨੀ ਦੇ ਵਿੱਚ, ਬਹੁਤ ਅੱਛੀ ਪੋਸਟ ਤੇ ਹਾਂ। ਬਟ ਫਿਰ ਵੀ ਮੈਨੂੰ ਲੱਗਦਾ ਸੀ ਕਿ ਕਿਸੇ ਚੀਜ਼ ਦੀ ਕਮੀ ਹੈ ਹਾਲੇ ਵੀ। ਇਸ ਲਈ ਮੈਂ ਕੁਛ ਨਾ ਕੁਛ ਸਰਚ ਕਰਦੀ ਰਹਿੰਦੀ ਸੀ। ਇੱਕ ਦਿਨ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਤੇ ਕੁਛ, ਕਿਉਂਕਿ ਐਕਸਟਰਾ ਕਰਨ ਦਾ ਆਪਾਂ ਨੂੰ ਹੁੰਦਾ ਹੈ ਨਾ ਕਿ ਆਪਾਂ 9 to 5 ਦੀ ਜੌਬ ਤੇ ਆਪਣੇ ਸਿਰ ਤੇ ਬੌਸ ਹੈ ਜਾਂ ਉਹਨਾਂ ਦਾ ਆਪਾਂ ਨੂੰ ਮੰਨਣਾ ਪੈਂਦਾ ਹੈ, ਹਨਾ। ਤੇ ਮੈਂ ਫਿਰ ਸੋਸ਼ਲ ਮੀਡੀਆ ਤੇ ਦੇਖਿਆ ਤੇ ਫਿਰ ਮੈਂ ਆਪਣੇ ਮੈਂਟਰ ਨਾਲ ਗੱਲ ਕੀਤੀ, ਕਿਉਂਕਿ ਮੈਂ ਕੱਲਾ ਗੱਲ ਕਰਕੇ ਹੀ ਨਹੀਂ, ਮੈਂ ਇਸ ਦੇ ਬਾਰੇ ਕਾਫੀ ਸਰਚ ਵੀ ਕੀਤਾ, ਜਿਸ ਨਾਲ ਮੈਨੂੰ ਇੱਕ ਬਹੁਤ ਹੀ ਪੋਜ਼ਿਟਿਵ ਸੈਟਿਸਫੈਕਸ਼ਨ ਮਿਲੀ ਤੇ ਮੈਂ ਇਸ ਬਿਜ਼ਨਸ ਨੂੰ ਜੁਆਇਨ ਕੀਤਾ, ਜਿਸ ਨੂੰ ਕਿ ਜੁਆਇਨ ਕਰਕੇ ਹੁਣ ਬਹੁਤ ਹੀ ਜ਼ਿਆਦਾ ਸੈਟਿਸਫਾਈਡ ਆ। ਮੈਂ ਸੋਚਿਆ ਵੀ ਨਹੀਂ ਸੀ ਮੈਂ ਕਦੇ ਏਦਾਂ ਦੇ ਬਿਜ਼ਨਸ 'ਚ ਆਊਂਗੀ। ਏਦਾਂ ਲਾਈਵ ਕਰੂੰਗੀ ਫਰੰਟ ਤੇ ਆ ਕੇ, ਹਨਾ, ਕਿਉਂਕਿ ਆਪਾਂ ਉਹਦੇ ਨਾਰਮਲ ਪਿਕਚਰ ਡਾਲਦੇ ਆ, ਕੁਝ ਕਰਦੇ ਆ, ਪਰ ਫਰੰਟ ਤੇ ਆ ਕੇ ਗੱਲ ਕਰਨੀ ਇਹ ਬਹੁਤ ਵੱਡੀ ਗੱਲ ਆ। ਸੋ ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਤਰਿੰਦਰ ਦੀਦੀ, ਥੈਂਕ ਯੂ। ਸੋ ਅਮਨ, ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਕਿੱਥੋਂ, ਕੀ ਕਰਦੇ ਹੋ ਤੇ ਤੁਹਾਡਾ ਕੀ ਰਿਹਾ ਕਾਰਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਅਮਨਪ੍ਰੀਤ ਕੌਰ ਹੈ ਔਰ ਮੈਂ ਇਟਲੀ ਤੋਂ ਹਾਂ। ਆਪਣੀ ਫੈਮਿਲੀ ਦੇ ਨਾਲ ਰਹਿੰਦੀ ਹਾਂ ਤੇ ਪਾਰਟ ਟਾਈਮ ਜੌਬ ਵੀ ਕਰਦੀ ਹਾਂ। ਹਾਂ, ਤੁਸੀਂ ਅਮਨ ਨੂੰ ਦੇਖਦੇ ਹੋਣਗੇ ਕਿ ਥੋੜੀ ਭੋਲੀ ਵੀ ਆ। ਭੋਲੀ ਲੋਕਾਂ ਨੇ ਕਹਿਣਾ ਅੱਛਾ ਸਾਰਾ ਆਪਾਂ ਨਹੀਂ ਸੀਗੇ, ਸਭ ਭੋਲੇ ਹੁੰਦੇ ਆ, ਪਰ ਉਹਦਾ ਥੋੜਾ ਜਿਹਾ ਸਟਾਈਲ ਆ, ਉਹ ਥੋੜਾ ਘੱਟ ਬੋਲਦੇ ਨੇ। ਹਾਂਜੀ ਅਮਨ। ਪਾਰਟ ਟਾਈਮ ਜੌਬ ਦੇ ਨਾਲ ਨਾਲ ਹੁਣ ਮੈਂ ਇੱਕ ਬਿਜ਼ਨਸ ਓਨਰ ਵੀ ਹੈਗੀ ਆ। ਸੋ ਮੇਰਾ ਬਿਜ਼ਨਸ ਜੁਆਇਨ ਕਰਨ ਦਾ ਰੀਜ਼ਨ ਵੀ ਇਹੀ ਹੈ ਕਿ ਆਪਣੇ ਬੱਚੇ ਨੂੰ ਛੱਡ ਕੇ ਮੈਂ ਕਿਤੇ ਨਹੀਂ ਜਾ ਸਕਦੀ, ਕੋਈ ਫੁੱਲ ਟਾਈਮ ਨਹੀਂ ਜੌਬ ਕਰ ਸਕਦੀ, ਤੇ ਮੈਂ ਆਪਣੇ ਬੱਚੇ ਦੀ ਟੇਕ ਕੇਅਰ ਕਰਨ ਦੇ ਨਾਲ ਨਾਲ ਮੈਂ ਇਹ ਵਾਲਾ ਲੱਭਿਆ ਬਿਜ਼ਨਸ। ਸੋ ਮੈਂ ਜੁਆਇਨ ਕੀਤਾ, ਮੈਨੂੰ ਬਹੁਤ ਵਧੀਆ ਲੱਗਾ, ਹੈਪੀ ਹਾਂ ਹੁਣ ਮੈਂ ਆਪਣਾ ਇੱਕ ਓਨਰ ਹਾਂ, ਬਿਜ਼ਨਸ ਓਨਰ ਹਾਂ। ਥੈਂਕ ਯੂ ਸੋ ਮਚ ਅਮਨ। ਸੰਦੀਪ ਦੀਦੀ, ਤੁਸੀਂ ਦੱਸੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੰਦੀਪ ਕੌਰ
ਮੈਂ ਇਟਲੀ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਰਹਿੰਦੀ ਪਈ ਹਾਂ ਤੇ ਬੇਸਿਕਲੀ ਮੈਂ ਪੰਜਾਬ ਨੂੰ ਬਿਲੋਂਗ ਕਰਦੀ ਹਾਂ ਤੇ ਮੈਂ ਇੱਕ ਹਾਊਸਵਾਈਫ ਹਾਂ ਤੇ ਹੁਣ ਮੈਂ ਇੱਕ ਮਾਣ ਨਾਲ ਕਹਿ ਸਕਦੀ ਕਿ ਮੈਂ ਇੱਕ ਆਨਲਾਈਨ ਬਿਜ਼ਨਸ ਓਨਰ ਵੀ ਹਾਂ ਤੇ ਜਿਸ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਰਨ ਕਰਦੀ ਪਈ ਹਾਂ ਤੇ ਬਿਜ਼ਨਸ ਦੇ ਨਾਲ ਨਾਲ ਮੈਂ ਆਪਣੇ ਬੱਚੇ ਦੀ ਟੇਕ ਕੇਅਰ ਵੀ ਕਰਦੀ ਤੇ ਘਰ ਤੋਂ ਬਿਜ਼ਨਸ ਵੀ ਰਨ ਕਰ ਰਹੀ ਹਾਂ। ਕੀ ਫੀਲ ਹੁੰਦਾ ਆ, ਕੀ ਤੁਹਾਡਾ ਕੀ ਕਾਰਨ ਰਿਹਾ, ਤੁਹਾਡਾ ਕਿਉਂ ਤੁਸੀਂ ਜੁਆਇਨ ਕੀਤਾ ਹੈ? ਹਾਂਜੀ ਬਸ ਇਹੀ ਚਾਹੁੰਦੇ ਸੀ ਕਿ ਬੱਚਿਆਂ ਨੂੰ ਛੱਡ ਕੇ ਕਿਤੇ ਜਾਈਏ ਨਾ ਤਾਂ ਆਪਣੇ ਹਸਬੈਂਡ ਦੀ ਕੋਈ ਫਾਈਨੈਂਸ਼ੀਅਲੀ ਤੌਰ ਤੇ ਹੈਲਪ ਕਰ ਸਕੀਏ ਕਿ ਘਰ ਤੋਂ ਰਹਿ ਕੇ ਕੁਝ ਕਰ ਸਕੀਏ ਕਿ ਨਾਲੇ ਬੱਚਿਆਂ ਨੂੰ ਦੇਖੀਏ ਤੇ ਨਾਲੇ ਕੁਝ ਇਨਕਮ ਦਾ ਸਾਧਨ ਹੋ ਜਾਏ ਕਿ ਅਸੀਂ ਘਰ ਬੈਠੇ ਆਪਣਾ ਟਾਈਮ ਸਪੈਂਡ ਕਰ ਸਕੀਏ। ਬਸ ਹੁਣ ਬਹੁਤ ਵਧੀਆ ਨਾਲੇ ਤਾਂ ਟਾਈਮ ਬਤੀਤ ਕਰਦੇ ਪਏ ਨਾਲੇ ਬੱਚਿਆਂ ਨੂੰ ਇੰਜੋਏ ਕਰਾਉਂਦੇ ਆ ਤੇ ਨਾਲੇ ਬਿਜ਼ਨਸ ਕਰਦੇ ਪਏ ਆ। ਜਾਂ ਆਪਣੇ ਆਪ ਨੂੰ ਇੱਕ ਲੱਗਦਾ ਵੀ ਓਕੇ, ਮੈਨੂੰ ਲੱਗਦਾ ਹੈ ਕਿ ਹਾਂ ਤੁਹਾਨੂੰ ਪਤਾ ਹੈ ਕਿ ਪਹਿਲਾਂ ਜਦੋਂ ਇਟਲੀ 'ਚ ਇੱਕ ਬੰਦਾ ਵੀ ਕੰਮ ਕਰਦੇ ਨਾ ਸਰ ਜਾਂਦਾ ਸੀ, ਪਰ ਹੁਣ 2 ਬੰਦਿਆਂ ਦਾ ਕੰਮ ਕਰਨਾ ਬਹੁਤ ਇੰਪੋਰਟੈਂਟ ਹੈਗਾ, ਆਪਾਂ ਇਹੀ ਬਾਰ-ਬਾਰ ਗੱਲ ਕਹਿੰਦੇ ਹੁੰਦੇ ਆ। ਬਟ ਸ਼ੁਰੂਆਤ ਕੀਤੀ ਆ, ਅੱਜ ਸ਼ੁਰੂਆਤ ਕੀਤੀ ਆ, ਇਹ ਕਰਦੇ ਕਰਦੇ ਆਪਣੇ ਆਪ ਤੁਹਾਨੂੰ ਲੱਗਣਾ ਕਿ ਓਕੇ ਨਹੀਂ, ਮੈਂ ਆਪਣੀ ਜ਼ਿੰਦਗੀ 'ਚ ਜੋ ਚੀਜ਼ ਸੋਚੀ ਸੀ ਮੈਂ ਉਹ ਕਰ ਦਿਖਾਈ ਆ। ਸੋ ਥੈਂਕ ਯੂ ਸੋ ਮਚ ਸੰਦੀਪ ਜੀ, ਥੈਂਕ ਯੂ। ਸੋ ਕੁਲਵਿੰਦਰ ਦੀਦੀ ਤੁਸੀਂ ਦੱਸੋ ਆਪਣੇ ਬਾਰੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਆਪਣੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੁਲਵਿੰਦਰ ਪੰਗਾ ਪਿਛਲੇ 16 ਸਾਲਾਂ ਤੋਂ ਆਸਟ੍ਰੇਲੀਆ ਵਿਆਨਾ ਵਿੱਚ ਰਹਿ ਰਹੀ ਹਾਂ ਆਪਣੇ ਪਰਿਵਾਰ ਦੇ ਨਾਲ। ਮੇਰੇ ਕੋਲ 3 ਬੱਚੇ ਨੇ, ਘਰ ਵਿੱਚ ਹਸਬੈਂਡ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਮੈਂ ਆਪਣਾ ਥੋੜੀ ਦੇਰ ਤੋਂ ਆਨਲਾਈਨ ਬਿਜ਼ਨਸ ਜੁਆਇਨ ਕੀਤਾ ਹੈ ਜੋ ਕਿ ਮੈਂ ਸਕਸੈਸਫੁਲੀ ਕਰ ਰਹੀ ਹਾਂ, ਸਿੱਖ ਰਹੀ ਹਾਂ। ਹਜੇ ਬਿਲਕੁਲ ਨਿਊ ਆ, ਜ਼ਿਆਦਾ ਇਨਫੋਰਮੇਸ਼ਨ ਤਾਂ ਮੇਰੇ ਕੋਲ ਨਹੀਂ ਹੈਗੀ ਬਟ ਮੇਰਾ ਇਸ ਬਿਜ਼ਨਸ ਨੂੰ ਜੁਆਇਨ ਕਰਨੇ ਦਾ ਰੀਜ਼ਨ ਇੱਕੋ ਹੀ ਸੀਗਾ ਕਿ ਮੇਰੇ ਛੋਟਾ ਬੇਟਾ ਹੈ ਜਿਹੜਾ ਸਿਰਫ 1.5 ਸਾਲ ਦਾ ਹੈ ਔਰ ਬੱਚਿਆਂ ਨੂੰ ਛੱਡ ਕੇ ਬੱਚਿਆਂ ਦੀ ਰਿਸਪੌਂਸਿਬਿਲਟੀ ਇੰਨੀ ਹੋ ਜਾਂਦੀ ਆ ਕਿ ਬਾਹਰ ਜਾ ਕੇ ਸਵੇਰੇ 6 ਤੋਂ 3-4 ਵਜੇ ਤੱਕ ਕੰਮ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਸੀਗਾ ਘਰ ਤੋਂ ਬਾਹਰ ਜਾ ਕੇ। ਔਰ ਮੈਂ ਘਰ 'ਚ ਰਹਿ ਕੇ ਹੀ ਕੋਈ ਨਾ ਕੋਈ ਆਪਣਾ ਕੰਮ ਕਰਨਾ ਚਾਹੁੰਦੀ ਸੀਗੀ, ਇਸ ਕਰਕੇ ਮੈਂ ਕੁਛ ਨਾ ਕੁਛ ਲੱਭਦੀ ਰਹਿੰਦੀ ਸੀਗੀ ਕਿ ਮੈਂ ਕੀ ਕਰਾਂ ਜੋ ਕਿ ਮੈਂ ਘਰ ਤੋਂ ਬਹਿ ਕੇ ਕਰਾਂ ਔਰ ਬੱਚਿਆਂ ਦੀ ਟੇਕ ਕੇਅਰ ਵਧੀਆ ਤਰੀਕੇ ਨਾਲ ਕਰ ਸਕੀਏ। ਤੇ ਏਦਾਂ ਹੀ ਲੱਭਦੇ ਲੱਭਦੇ ਮੈਨੂੰ ਇੱਕ ਵੈਬਸਾਈਟ ਮਿਲੀ ਆ ਜਿਸ ਦੇ ਦੌਰਾਨ ਮੈਂ अपना बिजनेस ज्वाइन किया है और मैं बहुत हैप्पी हाँ, बहुत खुश हाँ। थैंक यू सो मच, हाँ थैंक यू जी। कुलविंदर दीदी। सो रेणुका दीदी, मैं आपसे क्वेश्चन है सेम वही पूछूंगी, आपने अपने बारे में बताइए क्योंकि आपकी पोस्ट देखी है, अपने बच्चों के साथ में बहुत कुछ देखकर मुझे खुशी होती है। पर आप आज अब जितने भी लोग आपको देख रहे हैं तो आप अपने बारे में खुद बताइए, कौन है रेणु? नमस्ते सबको, मेरा नाम रेणुका है और मैं यूएसए में रहती हूँ मेरे हस्बैंड और ट्विन बेटियों के साथ। बेसिकली मैं इंडिया से हूँ और मेरा एजुकेशन एमबीए हुआ है एचआर एंड मार्केटिंग में और अभी मैं एक होम मेकर हूँ और प्राउड डिजिटल बिजनेस ओनर भी हूँ और जो भी दोनों भी जो चल रहा है, दिस इज अ फंटास्टिक जर्नी फॉर मी। मेरा ये बिजनेस ज्वाइन करने का एक ही मोटो था कि मुझे ये बिजनेस वर्क फ्रॉम होम है इसीलिए, और सेकंड थिंग कि मुझे बच्चों को डे केयर नहीं छोड़ना है। जब मैं काम पे जा रही हूँ तो मुझे बच्चों को डे केयर में नहीं छोड़ना है क्योंकि आजकल के डे केयर के फीस देखा जाए और मुझे 2 लड़कियां हैं तो कुछ सेविंग का तो कुछ चांस ही नहीं, और उसके बाद हॉस्पिटल्स विजिट एंड ऑल दिस थिंग ये तो अलग सी बात है। तो मुझे ये सारी चीजें तो करनी नहीं थी। जब मैं ये बिजनेस में एंटर हुई तब मुझे जॉब के अलावा और बाकी चीजें भी सीखने को मिली, एक खुद का भी ग्रोथ हुआ, कुछ और डेवलपमेंट टेक्निकल स्किल मुझे सीखने को मिली। यही मेरा सबसे बड़ा वाई था कि व्हाई आई एम जॉइनिंग दिस बिजनेस। थैंक यू सो मच, थैंक यू रेणुका दीदी। ये एक्चुअली इन्होंने बिजनेस के साथ एक लैंग्वेज को भी किया है, जैसे ये हिंदी समझते थे, अपनी मराठी समझते हैं, पर अब पंजाबी भी समझने शुरू हो गए हैं। तो थ्रू दिस बिजनेस इनका एक लैंग्वेज और बढ़ गया है। सो थैंक यू सो मच रेणु दीदी, हमारा साथ देने के लिए, हम पे ट्रस्ट करने के लिए, थैंक यू सो मच। सो बहुत सारी ਜਦੋਂ ਅਸੀਂ ਅੱਜ ਲਾਈਵ ਕਰ ਰਹੇ ਹਾਂ, ਸਾਨੂੰ ਲੋਕ ਦੇਖ ਰਹੇ ਨੇ, ਸਾਨੂੰ ਬਹੁਤ ਸਾਰੇ ਕੁਐਸਚਨ ਕਰਦੇ ਨੇ। ਸੋ ਕੁਐਸਚਨ ਉਹਨਾਂ ਦੇ ਬਹੁਤ ਜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਅਜੀਬੋ ਗਰੀਬ ਹੁੰਦੇ ਨੇ, ਕਿਉਂਕਿ ਜਦੋਂ ਬੰਦਾ ਫਸਟ ਟਾਈਮ ਆਉਂਦਾ ਆ ਤੇ ਹਰ ਕੋਈ ਬੰਦਾ ਸਕੈਪਟੀਕਲ ਹੁੰਦਾ ਆ, ਕਿਉਂਕਿ ਸਾਨੂੰ ਪਤਾ ਆ ਅੱਜ ਕੱਲ ਆਨਲਾਈਨ ਜਿਹੜਾ ਏਰਾ ਆ ਚੱਲ ਰਿਹਾ ਆ, ਪਰ ਕੁਝ ਵਧੀਆ ਵੀ ਆ, ਕੁਝ ਥੋੜਾ ਤੁਹਾਨੂੰ ਪਤਾ ਥੋੜਾ ਉਸ ਤਰ੍ਹਾਂ ਦਾ ਵੀ ਚੱਲਦਾ ਆ। ਬਟ ਆਪਾਂ ਜਦੋਂ ਬਿਜ਼ਨਸ ਜੁਆਇਨ ਕੀਤਾ ਸੀ, ਮੈਂ ਤਰਿੰਦਰ ਦੀ ਤੁਹਾਨੂੰ ਪੁੱਛਣਾ ਚਾਹੂੰਗੀ, ਜਦ ਤੁਸੀਂ ਬਿਜ਼ਨਸ ਜੁਆਇਨ ਕੀਤਾ ਸੀ, ਤੁਸੀਂ ਤਾਂ ਆਲਰੇਡੀ ਜੌਬ ਕਰ ਰਹੇ ਹੋ, ਤੁਸੀਂ ਦੱਸਿਆ ਕਿ ਨਹੀਂ ਮੈਨੂੰ ਜਿਹੜਾ 9 to 5 ਜਿਹੜਾ ਜੌਬ ਹੈ ਉਹ ਤੋਂ ਥੋੜੀ ਜਿਹੀ ਰਾਹਤ ਚਾਹੀਦੀ ਹੈ, ਜਿਹੜਾ ਔਨ ਬੋਸ ਬੈਠਾ ਆ 9 to 5 ਤੋਂ ਉਹਨੂੰ ਥੋੜਾ ਤੁਸੀਂ ਚਾਹੁੰਨਾ ਹੈ ਘੱਟ ਕਰਨਾ। ਤੁਹਾਡਾ ਕੀ ਫਸਟ ਰਿਐਕਸ਼ਨ ਰਿਹਾ ਜਦੋਂ ਤੁਸੀਂ ਬਿਜ਼ਨਸ ਜੁਆਇਨ ਕੀਤਾ? ਤੁਹਾਨੂੰ ਲੱਗਾ ਡਰ ਕਿ ਮੈਂ ਉਸੇ ਦੇ ਚੱਕਰਾਂ 'ਚ ਨਾ ਕੋਈ ਫਸ ਜਾ, ਮੈਂ ਆਲਰੇਡੀ ਤੇ ਜੌਬ ਕਰ ਹੀ ਰਹੀ ਹਾਂ। ਹਾਂ ਦੀਦੀ, ਇੱਕ ਵਾਰ ਜ਼ਰੂਰ ਲੱਗਾ ਜਦੋਂ, ਕਿਉਂਕਿ
ਕੋਈ ਵੀ ਬੰਦਾ ਹੈ ਨਾ ਜਦੋਂ ਆਨਲਾਈਨ ਦਾ ਨਾਮ ਸੁਣਦਾ, ਖਾਸ ਕਰ ਬਿਜ਼ਨਸ ਦਾ, ਇੱਕ ਵਾਰ ਹੂੰ ਦਾ ਡਾਊਟਫੁਲ ਹੁੰਦਾ ਹੀ ਹੁੰਦਾ ਹੈ। ਇਹ 'ਚ ਹੂੰ ਕੋਈ ਡਾਊਟ ਨਹੀਂ ਹੈਗਾ ਕਿ ਨਹੀਂ ਕੋਈ ਕਹਿ ਦੇਵੇ ਨਹੀਂ ਨਹੀਂ ਮੈਂ ਤਾਂ 100% ਸ਼ੋਰ ਸੀ। ਨਹੀਂ, ਮੈਂ ਵੀ ਇੱਕ ਵਾਰ ਹੂੰ ਜ਼ਰੂਰ ਹੋਈ, ਜਦੋਂ ਮੈਂ ਹੂੰ ਦੇਖਿਆ ਇੱਕ ਵਾਰ ਮੈਂ ਜ਼ਰੂਰ ਹੋਈ ਡਾਊਟਫੁਲ। ਕਿਉਂਕਿ ਆਪਾਂ ਕੋਈ ਆਨਲਾਈਨ ਚੀਜ਼ ਖਰੀਦਦੇ ਆ, ਕੁਝ ਵੀ ਕਿਉਂਕਿ ਵੈਸੇ ਬੇਸਿਕਲੀ ਹੁਣ ਜ਼ਮਾਨਾ ਜਿਹੜਾ ਚੱਲ ਰਿਹਾ ਉਹ ਆਨਲਾਈਨ ਦਾ ਹੀ ਚੱਲ ਰਿਹਾ ਹੈ। ਹੂੰ ਤੇ ਪਰ ਜਦੋਂ ਆਪਾਂ ਬਿਜ਼ਨਸ ਦੀ ਗੱਲ ਸੁਣਦੇ ਹਾਂ, ਇੱਕ ਵਾਰੀ ਦਿਮਾਗ 'ਚ ਜ਼ਰੂਰ ਆਉਂਦਾ ਕਿ ਕੋਈ ਫਰਾਡ ਨਾ ਹੋਵੇ ਜਾਂ ਏਦਾਂ ਨਾ ਹੋਵੇ ਓਦਾਂ ਨਾ ਹੋਵੇ। ਮੇਰੇ ਵੀ ਹੂੰ ਆਇਆ, ਮੈਂ ਵੀ ਇੱਕ ਵਾਰੀ ਨਰਵਸ ਜ਼ਰੂਰ ਹੋਈ, ਬਟ ਫਿਰ ਮੈਂ ਸਰਚ ਕੀਤਾ ਸਾਰਾ, ਆਪਣੇ ਹੂੰ ਬਿਹਾਫ ਤੇ ਸਾਰਾ ਸਰਚ ਕੀਤਾ ਸੋਸ਼ਲ ਮੀਡੀਆ ਤੇ ਸਾਰੇ ਕਿਤੇ। ਫਿਰ ਮੈਂ ਕਿਉਂਕਿ ਜਦੋਂ ਮੈਂ ਸਰਚ ਕਰ ਰਹੀ ਸੀ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਆਪਣੀ ਕੰਟਰੀ ਤੋਂ, ਹੋਮ ਕੰਟਰੀ ਤੋਂ ਇੱਕ ਲੇਡੀ ਬਿਜ਼ਨਸ ਕਰ ਰਹੇ ਨੇ ਇਹ। ਫਿਰ ਮੈਂ ਉਹਨਾਂ ਨਾਲ ਹੂੰ ਕਾਲ ਕੀਤੀ, ਫਿਰ ਉਹਨਾਂ ਨਾਲ ਕਾਲ ਕਰਕੇ ਮੈਨੂੰ ਬਹੁਤ ਸੈਟੀਸਫੈਕਸ਼ਨ ਮਿਲੀ। ਉਹਨਾਂ ਨੇ ਮੈਨੂੰ ਹੋਰ ਪਲੇਟਫਾਰਮ ਦੱਸੇ ਵੀ ਤੁਸੀਂ ਇੱਥੇ ਸਰਚ ਕਰੋ, ਤੁਹਾਨੂੰ ਤੁਹਾਡਾ ਕੌਨਫੀਡੈਂਸ ਲੈਵਲ ਵਧੂਗਾ ਜਾਂ ਤੁਹਾਨੂੰ ਸਾਰਾ ਇਨਫੋਰਮੇਸ਼ਨ ਮਿਲੂਗੀ। ਜਦੋਂ ਮੈਂ ਸਰਚ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਆਪਣੀ ਕਮਿਊਨਿਟੀ ਤਾਂ ਬਹੁਤ ਜ਼ਿਆਦਾ ਇਹਦੇ ਵਿੱਚ ਹੈ। ਫਿਰ ਹੂੰ ਉਹਨਾਂ ਨੂੰ ਦੇਖ ਕੇ ਏਦਾਂ ਲੱਗਾ ਕਿ ਆਪਾਂ ਤਾਂ ਬਹੁਤ ਪਿੱਛੇ ਰਹਿ ਗਏ, ਆਪਾਂ ਪਹਿਲਾਂ ਕਿਉਂ ਨਹੀਂ ਹੂੰ ਜੁਆਇਨ ਕੀਤਾ ਹੈਗਾ। ਫਿਰ ਹੂੰ ਜਦੋਂ ਮੇਰੇ ਡਾਊਟ ਸਾਰੇ ਕਲੀਅਰ ਹੋ ਗਏ, ਫਿਰ ਮੈਂ 1 ਮਿੰਟ ਵੀ ਨਹੀਂ ਲਾਇਆ ਇਹਨੂੰ ਜੁਆਇਨ ਕਰਨ ਦੇ ਲਈ। ਮੈਂ 149 ਪੇ ਕੀਤੇ ਤੇ ਬਿਜ਼ਨਸ ਮਾਡਲ ਦੇਖਿਆ, ਮੈਨੂੰ ਬਹੁਤ ਵਧੀਆ ਬਿਜ਼ਨਸ ਮਾਡਲ ਲੱਗਿਆ, ਸੈਟੀਸਫਾਈ ਹੋਈ ਤੇ ਮੈਂ ਬਿਜ਼ਨਸ ਜੁਆਇਨ ਕੀਤਾ। ਥੈਂਕ ਯੂ ਸੋ ਮਚ ਦੀਦੀ। ਕੁਲਵਿੰਦਰ ਦੀਦੀ, ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਚਾਹਾਂਗੀ। ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ 149 ਪੇ ਕੀਤੀ, ਲੋਕ ਚਾਹੁੰਦੇ ਆ ਕਿ ਅਸੀਂ ਹਾਂਜੀ ਫ੍ਰੀ ਚ ਸਭ ਕੁਝ ਲੈ ਲਈਏ, ਕਿਉਂਕਿ ਅੱਜ ਕੱਲ ਜੇ ਮੈਂ ਬਹੁਤ ਵਾਰੀ ਗੱਲ ਦੱਸਦੀ ਵੀ ਹੁੰਦੀ, ਸ਼ਾਇਦ ਤੁਹਾਡੇ ਥਰੂ ਪਤਾ ਲੱਗ ਜਾਵੇ ਜੇ ਤੁਸੀਂ ਆਲਰੇਡੀ ਹੁਣੇ ਜੁਆਇਨ ਕੀਤਾ ਆ। ਕਿਉਂਕਿ ਲੋਕਾਂ ਨੂੰ ਲੱਗਦਾ ਸ਼ਾਇਦ ਹਰ ਹਾਂਜੀ ਚੀਜ਼ਾਂ ਫ੍ਰੀ ਚ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਪਰ ਫ੍ਰੀ ਚ ਇੱਥੇ ਜੇ ਤੁਸੀਂ ਲੱਖਾਂ ਦੀ ਤੁਸੀਂ ਸ਼ਾਪਿੰਗ ਵੀ ਕਰਦੇ ਨਾ, ਤੁਹਾਨੂੰ ਫ੍ਰੀ ਚ ਲੋਕ ਪਾਣੀ ਵੀ ਨਹੀਂ ਪੁੱਛਦੇ। ਬਟ ਉੱਥੇ ਤੁਸੀਂ ਚਾਹੁੰਦੇ ਹੋ ਕਿ ਬਿਜ਼ਨਸ ਦਾ ਮਾਡਲ ਦੇਖਣਾ, ਤੇ ਤੁਸੀਂ ਹਾਂਜੀ 149 ਲੋਕ ਸਾਨੂੰ ਕਿਉਂ ਪੇ ਕਰਨੇ ਚਾਹੀਦੇ ਆ, ਤੇ ਲੋਕ ਕਿਉਂ ਨਹੀਂ ਪੇ ਕਰਦੇ? ਤੁਸੀਂ ਦੱਸੋ ਜਰਾ, ਕਿਉਂ ਪੇ ਕਰਨੇ ਚਾਹੀਦੇ ਹਾਂਜੀ ਜੇ ਲੋਕ ਨਹੀਂ ਪੇ ਕਰਦੇ ਹੈਗੇ, ਉਹਦਾ ਰੀਜ਼ਨ ਇੱਕੋ ਹੀ ਆ ਕਿ ਇਹ ਬਿਜ਼ਨਸ ਆ ਜਿਹੜਾ ਆਨਲਾਈਨ ਪੇ ਕੀਤਾ ਜਾਂਦਾ ਆ ਸਾਰਾ ਕੁਝ, ਤੇ ਲੋਕਾਂ ਦੇ ਦਿਲ ਵਿੱਚ ਇਹੀ ਡਰ ਹੁੰਦਾ ਹੈ ਕਿ ਕੋਈ ਸਾਡੇ 149 ਆ। ਹਰ ਕਿਸੇ ਲਈ ਇਹ ਛੋਟੀ ਰਕਮ ਨਹੀਂ ਹੈਗੀ, ਕਿਸੇ ਲਈ ਬਹੁਤ ਹੂੰ ਘੱਟ ਵੀ ਹੋ ਸਕਦੀ ਹੈ, ਕਿਸੇ ਲਈ ਬਹੁਤ ਜ਼ਿਆਦਾ ਵੀ ਹੋ ਸਕਦੀ ਹੈ। ਉਹ ਹਰ ਕਿਸੇ ਦੀ ਆਪਣੀ ਆਪਣੀ ਲਾਈਫ ਤੇ ਡਿਪੈਂਡ ਕਰਦੀ ਹੈ ਨਾ। ਕੋਈ ਹੂੰ ਵੀ ਏਦਾਂ ਹੂੰ ਆਨਲਾਈਨ ਪੈਸੇ ਸਪੈਂਡ ਕਰਨੇ ਤੋਂ ਪਹਿਲਾਂ ਇਹੀ ਸੋਚਦਾ ਆ ਕਿ ਮੈਂ ਕਿਤੇ ਸਕੈਮ 'ਚ ਨਾ ਫਸ ਜਾਂ ਕਿਸੇ ਨੂੰ ਆਈਡੀ ਦੇਵਾਂਗਾ, ਜਾਂ ਮੈਂ ਕਿਸੇ ਤਰ੍ਹਾਂ ਪੇ ਕਰਾਂਗਾ, ਜਾਂ ਮੇਰਾ ਕੋਈ ਬੈਂਕ ਬੈਲੈਂਸ ਸਕੈਮ ਨਾ ਕਰ ਲਵੇ। ਕੁਝ ਵੀ ਅੱਜ ਕੱਲ ਆਨਲਾਈਨ ਬਹੁਤ ਕੁਝ ਚੱਲ ਰਿਹਾ ਹੈ, ਹਰ ਕਿਸੇ ਦੇ ਦਿਲ ਦਿਮਾਗ ਵਿੱਚ ਡਰ ਹੁੰਦਾ ਹੈ ਤੇ ਹੂੰ ਉਹਦੇ ਅਕੋਰਡਿੰਗ ਸੋਚਦੇ ਰਹਿੰਦੇ ਆ। ਪਰ ਸਾਨੂੰ 149 ਪੇ ਕਿਉਂ ਕਰਨੇ ਚਾਹੀਦੇ ਆ? ਉਹਦੇ ਨਾਲ ਸਾਨੂੰ ਇੱਕ ਇਸ ਬਿਜ਼ਨਸ ਦੇ ਬਾਰੇ ਸਾਰੀ ਮਾਡਲ ਦਿੱਤਾ ਜਾਂਦਾ ਆ, ਜਿਹਦੇ ਨਾਲ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਐਕਚੁਅਲ ਇਹ ਬਿਜ਼ਨਸ ਕਿੱਦਾਂ ਰਨ ਕਰਦਾ ਆ, ਕਿੱਦਾਂ ਵਰਕ ਕਰਦਾ ਆ, ਤੇ ਕੀ ਮਾਡਲ ਹੈਗੇ ਆ। ਤੁਸੀਂ ਹਰ ਇੱਕ ਹੂੰ ਲੈਂਗੁਏਜ ਵਿੱਚ ਕਰ ਸਕਦੇ ਆ। ਤੇ ਇਹਦਾ 30 ਡੇ ਦਾ ਟਰਾਈ ਪੀਰੀਅਡ ਹੁੰਦਾ ਹੈ, ਔਰ ਉਹਦੇ ਵਿੱਚ ਤੁਸੀਂ ਆਪਣੀ ਟ੍ਰੇਨਿੰਗ ਲੈ ਸਕਦੇ ਆ। ਤੁਸੀਂ ਨੈਕਸਟ ਸਟੈਪ ਲੈਣਾ ਚਾਹੁੰਦੇ ਆ, ਜੁਆਇਨ ਕਰਨਾ ਚਾਹੁੰਦੇ ਆ, ਤੇ ਵੈਲਕਮ, ਤੁਸੀਂ ਨੈਕਸਟ ਸਟੈਪ ਲੈ ਸਕਦੇ ਆ। ਜੇ ਤੁਸੀਂ ਹੂੰ ਨਹੀਂ ਵੀ ਕਰਨਾ ਚਾਹੁੰਦੇ ਤੇ ਤੁਹਾਨੂੰ 30 ਡੇ ਦੇ ਵਿੱਚ ਤੁਹਾਡੀ ਮਨੀ ਬੈਕ ਗਰੰਟੀ ਹੈ, ਰਿਫੰਡ ਕਰਵਾ ਸਕਦੇ ਆ ਤੁਸੀਂ 149 ਜਿੰਨੇ ਵੀ ਤੁਸੀਂ ਪੇ ਕੀਤੇ ਹੁੰਦੇ ਆ, ਔਰ ਹੂੰ ਤੁਹਾਨੂੰ ਈਜ਼ੀਲੀ ਉਹ ਮਨੀ ਬੈਕ ਮਿਲ ਜਾਂਦੀ ਆ। ਤੁਹਾਡੇ ਮੈਂਟਰ ਦੇ ਥਰੂ, ਤੁਹਾਡੇ ਕੋਚ ਦੇ ਥਰੂ ਤੁਹਾਨੂੰ ਸਾਰੀ ਗਾਈਡੈਂਸ ਮਿਲ ਜਾਂਦੀ ਹੈ ਕਿ ਤੁਸੀਂ ਕਿੱਦਾਂ ਅੱਗੇ ਜੁਆਇਨ ਕਰਨਾ ਹੈ ਜਾਂ ਵਾਪਸ ਸਟੈਪ ਲੈਣਾ ਹੈ। ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਜੇ ਇਸ ਬਿਜ਼ਨਸ ਨੂੰ ਕੋਈ ਦੇਖਦਾ ਆ ਤੇ ਉਹ ਕੋਈ ਹੂੰ ਵਾਪਸ ਸਟੈਪ ਲੈਣ ਵਾਸਤੇ ਸੋਚੇਗਾ ਕਿ ਮੈਂ ਵਾਪਸ ਜਾਣਾ ਹੈ। ਕਿਉਂਕਿ ਇੱਥੇ ਸਾਨੂੰ ਇੰਨਾ ਕੁਝ ਦੇਖਣ ਨੂੰ ਮਿਲਦਾ ਹੈ ਕਿ ਸਾਰਿਆਂ ਦੀ ਜਰਨੀ ਮਿਲਦੀ ਆ ਕਿ ਉਹ ਕਿੱਦਾਂ ਆਪਣੇ ਜ਼ੀਰੋ ਤੋਂ ਕਹਿ ਲਈਏ ਕਿ 10 ਨੰਬਰ ਤੱਕ ਕਿੱਦਾਂ ਸਕਸੈਸ ਹੋਏ ਨੇ, ਕਾਫੀ ਦੇਰ ਤੋਂ ਹੂੰ ਬਿਜ਼ਨਸ ਕਰ ਰਹੇ ਨੇ। ਇਹ ਸਾਰਾ ਹੂੰ ਕੁਝ ਇਨਫੋਰਮੇਟਿਵ ਵੀਡੀਓ ਮਿਲਦੀ ਹੈ ਸਾਨੂੰ, ਜਿਹਦੇ ਲਈ ਯੈਸ ਸਾਨੂੰ ਨਹੀਂ ਡਰਨਾ ਚਾਹੀਦਾ। ਸਾਨੂੰ ਇਹ ਫਸਟ ਸਟੈਪ ਲੈ ਲੈਣਾ ਚਾਹੀਦਾ ਆ, ਔਰ ਦੇਖਣਾ ਚਾਹੀਦਾ ਹੈ ਕਿ ਇਹ ਬਿਜ਼ਨਸ ਕਿੱਦਾਂ ਰਨ ਕਰ ਰਿਹਾ ਆ। ਫਿਰ ਹੀ ਯੈਸ ਅਸੀਂ ਜੇ ਐਗਜ਼ੈਕਟਲੀ 1 ਸਟੈਪ ਲਵਾਂਗੇ, ਫਿਰ ਹੀ ਸਾਨੂੰ ਪਤਾ ਲੱਗੇਗਾ ਕਿ ਐਕਚੁਅਲ 'ਚ ਇਹ ਬਿਜ਼ਨਸ ਹੈ ਕੀ ਆ। ਸਾਰੇ ਕਹਿੰਦੇ ਆ ਕਿ ਆਨਲਾਈਨ ਕਰਨਾ, ਘਰ ਤੋਂ ਕਰਨਾ, ਕਿੱਦਾਂ ਕਰਨਾ ਆ, ਉਹ ਹੂੰ ਸਾਰੀ ਇਨਫੋਰਮੇਸ਼ਨ ਸਾਨੂੰ ਉਸ ਵੀਡੀਓ ਵਿੱਚ ਮਿਲ ਜਾਂਦੀ ਹੈ। ਹਾਂਜੀ ਯੈਸ ਐਗਜ਼ੈਕਟਲੀ ਉਸ ਜੋ ਤੁਹਾਨੂੰ ਦੱਸ ਰਹੇ ਨੇ ਕਿ 149 ਤੋਂ ਬਾਅਦ ਸਾਨੂੰ ਪ੍ਰੀ ਕੋਚਿੰਗ ਵੀਡੀਓਜ਼ ਮਿਲਦੀਆਂ ਆ। ਉਹਦੇ ਚ ਮੇਨ ਇਹੀ ਆ ਕਿ ਬਿਜ਼ਨਸ ਕੀ ਆ, ਬਿਜ਼ਨਸ ਦਾ ਤੁਸੀਂ ਕਿੱਦਾਂ ਫਸਟ ਸਟੈਪਸ ਲੈ ਸਕਦੇ ਹੋ, ਤੁਹਾਡੀ ਫਸਟ ਇਨਕਮ, ਸੈਕੰਡ ਇਨਕਮ, ਸੋ ਜਦ ਤੁਹਾਡੀ ਚੱਲਦੀਆਂ ਸਾਰੀਆਂ ਤੁਹਾਨੂੰ ਕਿੱਦਾਂ ਮਿਲਦੀਆਂ ਆ। ਬਿਜ਼ਨਸ ਨੂੰ ਐਜ਼ ਏ ਹਾਂਜੀ ਬਿਜ਼ਨਸ ਲੈ ਕੇ, ਮੈਂ ਬੜੀ ਵਾਰੀ ਕਹਿੰਦੀ ਹੁੰਦੀ, ਬਿਜ਼ਨਸ ਨੂੰ ਐਜ਼ ਏ ਬਿਜ਼ਨਸ ਲੈ ਕੇ ਚੱਲਣਾ ਆ, ਤੇ ਬਿਜ਼ਨਸ ਨੂੰ ਜੌਬ ਲੈ ਕੇ ਨਹੀਂ ਚੱਲਣਾ, ਕਿਉਂਕਿ ਜੌਬ ਤੇ ਬਿਜ਼ਨਸ 'ਚ ਬਹੁਤ ਫਰਕ ਹੈਗਾ ਆ। ਬਟ ਮੈਂ ਅਮਨ, ਤੁਸੀਂ ਦੱਸੋ ਕਿ ਤੁਸੀਂ ਹੁਣ ਮੈਂ ਖੁਦ ਐਕਸਪਲੇਨ ਕਰਦੀ ਹਾਂ, ਸਿਰਫ ਮੈਂ ਹੁਣ ਬਿਜ਼ਨਸ ਹੀ ਕਰ ਰਹੀ ਹਾਂ। ਮੈਂ ਜੌਬ ਦਾ ਜੋ ਐਕਸਪੀਰੀਅੰਸ ਕੀਤਾ ਉਹ ਇੰਡੀਆ ਕੀਤਾ, ਮੈਨੂੰ ਇੱਥੇ ਨਹੀਂ ਪਤਾ ਹੈਗਾ। ਤੁਸੀਂ ਇੱਥੇ ਵੀ ਕਰਦੇ ਹੋ ਕੰਮ, ਤੇ ਤੁਹਾਡਾ ਕੀ ਐਕਸਪੀਰੀਅੰਸ ਹੈ ਜੌਬ ਤੇ ਹੁਣ ਤੁਸੀਂ ਬਿਜ਼ਨਸ ਕਰ ਰਹੇ ਹੋ, ਦੋਨਾਂ 'ਚ ਕੀ ਡਿਫਰੈਂਸ ਹੈਗਾ ਆ? ਕੀ ਲੱਗਦਾ ਤੁਹਾਨੂੰ? ਜੋਬ ਦਾ ਹੈ ਸਾਡਾ ਫਿਕਸ ਟਾਈਮ ਹੁੰਦਾ ਹੈ ਇੰਨੇ ਤੋਂ ਇੰਨੇ ਵਜੇ ਤੱਕ, ਔਰ ਹੂੰ ਬਿਜ਼ਨਸ ਆਵਲਾ ਹੈ ਘਰ ਬਹਿ ਕੇ ਆਪਾਂ ਜਦੋਂ ਸਾਡੇ ਬੱਚੇ ਸੋ ਜਾਂਦੇ ਨੇ ਜਾਂ ਸਾਨੂੰ ਹੂੰ ਕਿਚਨ ਟਾਈਮ ਮਿਲ ਜਾਂਦਾ, ਅਸੀਂ ਐਨੀ ਟਾਈਮ ਕਰ ਸਕਦੇ ਹਾਂ, ਜਾਂ ਬਾਹਰ ਵੀ ਆ ਬੱਚਿਆਂ ਦੇ ਨਾਲ।
ਫਲੈਕਸੀਬਿਲਿਟੀ ਹੈ ਇਹਦੇ 'ਚ ਟਾਈਮ ਦੀ, ਹਾਂ ਜਦੋਂ ਮਰਜ਼ੀ ਆਪਾਂ ਈਜ਼ੀਲੀ ਕਰ ਸਕਦੇ ਹਾਂ ਇਹਨੂੰ। ਕੋਈ ਤੁਹਾਡੇ ਸਿਰ ਤੇ ਬੌਸ ਨਹੀਂ ਬੈਠਾ। ਫਸਟਲੀ ਤੁਹਾਡੇ ਸਿਰ ਤੇ ਕੋਈ ਬੌਸ ਨਹੀਂ ਬੈਠਾ। ਜਿੱਦਾਂ ਹੁਣ ਤੁਹਾਡੇ ਤੇ ਕਾਬੂ ਬੈਠੇ ਹੁੰਦੇ ਆ ਤੇ ਦੇਖਦੇ ਫੋਨ ਨਹੀਂ ਚੁੱਕਣਾ, ਕੁਛ ਵੀ ਨਹੀਂ ਕਰਨਾ ਤੇ ਆਪਣਾ ਕੰਟੀਨਿਊ ਰੱਖਣਾ ਹੈ। ਸੋ ਇਹ ਬਹੁਤ ਫਰਕ ਪੈਂਦਾ ਆ। ਇੱਕ ਨਹੀਂ ਉਹਨਾਂ ਨੇ ਸਹੀ ਆ। ਟਾਰਗੇਟ ਦਿੱਤਾ ਹੁੰਦਾ ਆਪਾਂ ਨੂੰ ਕਿ ਉਹ ਅਚੀਵ ਕਰਨਾ, ਆਪਾਂ ਨੂੰ ਕਰਨਾ ਪੈਂਦਾ। ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਤੁਸੀਂ ਤੁਹਾਡਾ ਕੋਈ ਸਿਰ ਤੇ ਬੈਠਾ ਇਹ ਟਾਰਗੇਟ ਹੁਣੇ ਅਚੀਵ ਕਰੋ, ਨਹੀਂ, ਇਹ ਚੀਜ਼ਾਂ ਨਹੀਂ ਹੈ ਇਹਦੇ ਵਿੱਚ ਬਿਜ਼ਨਸ ਦੇ ਨਹੀਂ ਵਿੱਚ। ਨਹੀਂ, ਬਹੁਤ ਵਧੀਆ ਬਹੁਤ ਵਧੀਆ। ਹੁਣ ਤੁਸੀਂ ਬੱਚਿਆਂ ਦੀ ਗੱਲ ਕੀਤੀ अमन, मैं रेणुका दीदी से पूछूंगी, जैसे उनके ट्विंस बेबी हैं तो आप कैसे हैंडल करते हो ये बिजनेस को? मुझे तो बड़ा टफ लगता है कि दो एक इधर रो रहा है तो इधर रो रहा है, तो फिर कितना कैसे हैंडल करते हो? फिर बिजनेस को भी देखना, वो क्या कैसे हैंडल करते हो? क्योंकि मोस्ट ऑफ लोगों का एक्सक्यूज होता है ये मेरे बच्चे हैं मैं नहीं कर सकती। तो आपको क्या लगता है? हाँ, बहुत ही बढ़िया सवाल है जी ये। मैं हम्म ये जरूर एग्री हूँ कि दोनों बच्चों को लेके काम करना तो बहुत हम्म मुश्किल तो होती है, लेकिन हम्म मैं ये बोलूंगी कि खुद को ग्रो करना है या खुद की लाइफ को ग्रो करना है तो हम्म टाइम तो कैसे भी मैनेज हो ही जाता है। उसके हम्म बाद ये बिजनेस की खासियत ही यही है कि आप अपना हम्म ये बिजनेस अपने फोन के साथ मैनेज कर सकते हो। इसमें हम्म आपको कोई बहुत बड़ा सेटअप करने की कोई जरूरत नहीं है, फिक्सिबल टाइमिंग है। जब मेरे बच्चे मॉर्निंग में खेल रहे होते हैं या आफ्टरनून में वो लोग सो रहे होते हैं, तभी मैं बिजनेस का सारा काम कर लेती हूँ। ये एक ऑटोमेटेड सिस्टम है जिसका 80 to 90% काम ये सिस्टम से ही हो जाता है और 10 to 20% काम आपको करना है, जो भी बहुत इजी है, कोई टफ जॉब नहीं है। तो और लैंग्वेज का भी कोई इशू नहीं है, इसलिए आप सारे ही जो लैंग्वेज आती है उससे आप ये बिजनेस रन कर सकते हो। तो घर में बेटियां होने के बाद भी टाइमिंग ही फिक्सिबल है, पर्टिकुलरली जॉब के जैसा 9 to 5 नहीं है, तो इसलिए टाइम तो इजीली मैनेज हो जाता है। हाँ, मुझे याद है कि जब दीदी ने क्लासेस वगैरह शुरू की थी तो दीदी के बच्चे सो जाते थे तो हम सुबह, इनका 11 बजता था तो मेरा सुबह का 5 बजता था, हम वो टाइम पे करना शुरू कर देते। मेरे बच्चे भी सो गए, इनके बच्चे भी सो गए, हम काम कर लेते थे। तो मुझे तो सच में ये जो आपने बात किया कि हाँ फ्लेक्सिबिलिटी बहुत है, जब आपका मन करता है तो आप इसको कर सकते हो। तो मैं जो क्वेश्चन है ट्रांसफर नेक्स्ट वो संदीप दीदी की तरफ करना चाहती हूँ। संदीप दीदी थोड़े शांत शांत करके बैठे हुए। संदीप दीदी डरे तो नहीं तुसी किते? ਨਹੀਂ ਥੋੜੀ ਜਿਹੀ ਨਰਵਸ ਤਾਂ ਹੈਗੀ ਪਹਿਲੀ ਵਾਰੀ ਚ। ਓਕੇ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਜਿੱਦਾਂ ਆਪਾਂ ਇਟਲੀ ਵਾਲੇ ਆ, ਇੱਕ ਲੈਂਗੁਏਜ ਇਸ਼ੂ ਵੀ ਆਂਦਾ ਆ, ਸਭ ਚੀਜ਼ਾਂ ਰਲਦੀਆਂ ਆ। ਮੈਨੂੰ ਪਤਾ ਜੇ ਤੁਹਾਡਾ ਫਰਸਟ ਮੀਟਿੰਗ ਮੇਰੇ ਨਾਲ ਹੋਈ ਸੀ, ਮੈਨੂੰ ਸੀ ਕਿ ਮੈਨੂੰ ਕੁਝ ਨਹੀਂ ਪਤਾ, ਮੈਨੂੰ ਕੁਝ ਵੀ ਨਹੀਂ ਆਂਦਾ, ਮੈਂ ਜ਼ੀਰੋ ਤੋਂ ਸਟਾਰਟ ਕਰਨਾ ਆ। ਹੁਣ ਤੁਸੀਂ ਦੱਸੋ, ਹੁਣ ਤੁਸੀਂ ਕੀ ਸਿੱਖਿਆ ਆ? ਹੁਣ ਤੁਹਾਨੂੰ ਕੀ ਲੱਗਦਾ ਹੈ, ਕਿੱਥੇ ਆਪਣੇ ਆਪ ਨੂੰ ਸੈਟ ਕਰਦੇ ਹੋ? ਹੁਣ ਜਦੋਂ ਦਾ ਮੈਂ ਬਿਜ਼ਨਸ ਜੁਆਇਨ ਕੀਤਾ ਤੇ ਹੁਣ ਆਪਣੇ ਆਪ ਚ ਲੱਗਦਾ ਕੌਨਫੀਡੈਂਸ ਜਿਹਾ ਇੱਕ ਆ ਗਿਆ ਆ। ਜਿਸ ਲੈਵਲ ਤੇ ਅਸੀਂ ਅੱਜ ਬੈਠੇ ਆ, ਮੈਨੂੰ ਲੱਗਦਾ ਨਹੀਂ ਸੀ ਕਿ ਅਸੀਂ ਇਸ ਬਿਜ਼ਨਸ ਨੂੰ ਜੁਆਇਨ ਕਰਨ ਤੋਂ ਪਹਿਲਾਂ ਇੱਥੇ ਤੱਕ ਸੋਚ ਸਕਦੇ ਸੀ ਕਿ ਅਸੀਂ ਇੱਥੇ ਤੱਕ ਜਾਵਾਂਗੇ। ਅੱਜ ਆਪਣੇ ਆਪ 'ਚ ਇੱਕ ਫਰਕ ਮਹਿਸੂਸ ਹੁੰਦਾ ਹੈ ਕਿ ਹਾਂ ਨਹੀਂ, ਅਸੀਂ ਬਿਜ਼ਨਸ ਜੁਆਇਨ ਕਰਕੇ ਆਪਣੀ ਲਾਈਫ ਚੇਂਜ ਕੀਤੀ ਆ, ਆਪਣੇ ਆਪ ਨੂੰ ਗਰੋ ਕੀਤਾ ਆ। ਸੋਸ਼ਲ ਮੀਡੀਆ, ਜਦ ਕਿ ਸੋਸ਼ਲ ਮੀਡੀਆ ਨਹੀਂ ਘੱਟ ਚਲਾਉਂਦੇ ਸੀ, ਕੁਝ ਜ਼ਿਆਦਾ ਜਾਣਕਾਰੀ ਸੋਸ਼ਲ ਮੀਡੀਆ ਬਾਰੇ ਹੈ ਨਹੀਂ ਸੀਗੀ। ਤੇ ਹੁਣ ਆਪਣੇ ਆਪ ਨੂੰ ਦੇਖ ਕੇ, ਸੋਸ਼ਲ ਮੀਡੀਆ ਤੋਂ ਬਹੁਤ ਕੁਝ ਸਿੱਖ ਕੇ ਆਪਣੇ ਆਪ 'ਚ ਬਹੁਤ ਜ਼ਿਆਦਾ ਫਰਕ ਦਿਸਦਾ ਪਿਆ ਆ। ਜਦ ਕਿ ਹਜੇ ਨਹੀਂ ਮੈਨੂੰ ਵੀ ਦਿਖਣ ਦਿਆ ਆ ਤੁਹਾਡਾ ਜਿਹੜਾ ਹੈਗਾ ਆ, ਜਿਹੜੀ ਤੁਹਾਡੀ ਪਰਸਨਲ ਗਰੂਮ ਆ ਉਹ ਚੇਂਜ ਹੋਈ ਆ। ਮੈਨੂੰ ਯਾਦ ਆ ਕਿ ਜਦੋਂ ਫਸਟ ਟਾਈਮ ਇਹਨਾਂ ਦੀ ਮੈਂਟਰ ਨੇ ਮੇਰੇ ਨਾਲ ਗੱਲ ਕਰਾਈ ਤੇ ਇਹਨਾਂ ਨੇ ਪਹਿਲੀ ਆਵਾਜ਼ ਕਹੀ ਭੈਣ ਜੀ, ਤੇ ਮੈਂ ਕਿਹਾ ਭੈਣ ਜੀ, ਇਹ ਭੈਣ ਜੀ ਵਾਲੇ ਕੌਣ ਆ ਜਿਹੜੇ ਬਿਜ਼ਨਸ ਕਰਨਾ ਆ? ਸੋ ਮੈਂ ਖੁਦ ਬੜੀ ਹੈਗੀ ਸੀ। ਫਿਰ ਆਫਟਰ ਦੈਟ ਸਾਹਮਣੇ ਆਏ, ਫਿਰ ਇਹਨਾਂ ਦੇ ਕਾਫੀ ਸਾਰੇ ਕੁਐਸਚਨ ਸੀ ਉਹ ਕਲੀਅਰ ਹੋਏ ਤੇ ਅੱਜ ਸਾਡੇ ਨਾਲ ਨੇ। ਥੈਂਕ ਯੂ ਸੋ ਮਚ। ਮੈਂ ਕਹਿੰਦੀ ਆ ਕਿ ਤੁਸੀਂ ਸਾਡਾ ਟਰਸਟ ਕੀਤਾ, ਤੁਸੀਂ ਆਪਣੇ ਆਪ ਤੇ ਟਰਸਟ ਕੀਤਾ। ਮੈਂ ਇਹ ਗੱਲ ਕਹਿੰਦੀ ਹੁੰਦੀ ਆ ਕਿ ਤੁਹਾਨੂੰ ਲੋਕ ਚਾਹੇ ਲੱਖ ਵਾਰੀ ਕਹਿਣ, ਤੁਸੀਂ ਕੁਛ ਨਹੀਂ ਕਰ ਸਕਦੇ, ਪਰ ਜਿੰਨਾ ਚਿਰ ਤੁਹਾਨੂੰ ਆਪਣੇ ਆਪ ਤੇ ਜਦੋਂ ਵਿਸ਼ਵਾਸ ਹੈਗਾ ਨਾ ਕਿ ਮੈਂ ਸਭ ਕੁਝ ਕਰ ਸਕਦੀ ਹਾਂ, ਤੇ 101% ਤੁਸੀਂ ਅੱਜ ਉਹਦੀ ਐਗਜ਼ਾਮਪਲ ਬੈਠੇ ਹੋਏ ਹੋ। ਤਾਂ ਹੀ ਤੁਸੀਂ ਅੱਜ ਬੈਠ ਕੇ ਆਪਣੀ ਜਰਨੀ ਸ਼ੇਅਰ ਕਰ ਰਹੇ ਹੋ। ਤੁਸੀਂ ਪਹਿਲਾਂ ਕਦੇ ਕਿਸੇ ਦੀ ਸੁਣੀ ਹੋਣੀ ਆ, ਪਰ ਅੱਜ ਤੁਸੀਂ ਆਪਣੀ ਜਰਨੀ ਸ਼ੇਅਰ ਕਰ ਰਹੇ ਹੋ, ਇਹ ਬਹੁਤ ਵੱਡੀ ਗੱਲ ਆ। ਮੈਂ ਤਾਂ ਲਾਈਵ ਹੁਣ ਕਿੰਨੇ ਹੋ ਗਏ ਮੈਂ ਕਰਦੀ ਰਹਿੰਦੀ ਆ, ਪਰ ਤੁਹਾਨੂੰ ਅੱਜ ਪ੍ਰਾਊਡ ਫੀਲ ਹੋਣਾ ਆ। ਅੱਜ ਤੁਹਾਡੇ ਸਾਰਿਆਂ ਦੇ ਘਰ ਦੇ ਹੀ ਸਾਂਭੇ ਹੋਣੇ ਕਿ ਬੱਚਿਆਂ ਨੂੰ ਆਣ ਨਾ ਦਿਓ, ਰੋਲਾ ਨਾ ਪਾਉਣ ਦਿਓ। ਅੱਜ ਸਾਡਾ ਫਸਟ ਡੇ ਆ, ਅਸੀਂ ਬੜੇ ਵਧੀਆ ਤਰੀਕੇ ਨਾਲ ਗੱਲਬਾਤ ਕਰਨੀ ਆ। ਸੋ ਕਿਸੇ ਨੂੰ ਕੋਈ ਸਮਝਾਇਆ ਵਜਾਇਆ ਨਹੀਂ ਆ। ਜੋ ਇਹਨਾਂ ਦੇ ਆਪਸ ਦੇ, ਜੋ ਇਹਨਾਂ ਦੀਆਂ ਅੰਦਰਲੀਆਂ ਜਿਹੜੀਆਂ ਗੱਲਾਂ ਬਾਤਾਂ ਆ, ਜਦੋਂ ਇਹਨਾਂ ਨੇ ਸਟਾਰਟ ਕੀਤਾ ਸੀ, ਅੱਜ ਕਿੱਥੇ ਆ, ਇਹਨਾਂ ਦੀ ਅਜੇ ਬਿਗਨਿੰਗ ਆ। ਸੋ ਮੈਂ ਬਿਗਨਿੰਗ ਚ ਇਹਨਾਂ ਲੈ ਕੇ ਆਈ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਆਪਾਂ ਕਿੱਦਾਂ ਗੱਲਬਾਤ ਕਰਦੇ ਆ, ਕੀ ਗੱਲਬਾਤ ਹੁੰਦੀ ਆ। ਸੋ ਜੋ ਇਹਨਾਂ ਦਾ ਐਕਸਪੀਰੀਅੰਸ ਰਿਹਾ ਹੈ ਬਿਜ਼ਨਸ ਨੂੰ ਲੈ ਕੇ, ਉਹ ਅੱਜ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਅਮਨ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨਾ ਚਾਹੁੰਦੀ। ਜਿੱਦਾਂ ਮੈਂ ਅਮਨ ਥੋੜੀ ਸ਼ਾਂਤ ਆ, ਥੋੜੀ ਘੱਟ ਬੋਲਦੇ ਨੇ, ਤੇ ਤੁਸੀਂ ਆਪਣੇ ਹਸਬੈਂਡ ਨੂੰ ਕਿੱਦਾਂ ਮਨਾਇਆ ਹੈ ਬਿਜ਼ਨਸ ਵਾਸਤੇ? ਕਿੱਦਾਂ ਰਹੀ, ਕਿੰਨੀ ਸਪੋਰਟ ਰਹੀ ਹੈ ਤੁਹਾਨੂੰ ਆਪਣੇ ਹਸਬੈਂਡ ਦੀ ਬਿਜ਼ਨਸ ਵਿੱਚ ਆਉਣ ਦੇ ਲਈ?
ਜਦੋਂ ਮੈਂ ਉਹਨਾਂ ਨੂੰ ਸਟਾਰਟਿੰਗ 'ਚ ਦੱਸਿਆ ਕਿ ਵੀ ਆਨਲਾਈਨ ਬਿਜ਼ਨਸ ਹੈ, ਉਹਨਾਂ ਦਾ ਰਿਐਕਸ਼ਨ ਤਾਂ ਇਹੀ ਸੀ ਆਨਲਾਈਨ ਹਮੇਸ਼ਾ ਜ਼ਿਆਦਾਤਰ ਸਕੈਮ ਹੀ ਹੁੰਦਾ ਹੈ। ਤੇ ਮੈਂ ਉਹਨੂੰ ਕਿਹਾ ਮੈਂ ਫਸਟ ਸਟੈਪ ਲੈਣਾ 114 ਦਾ, ਮੈਂ ਕਰਕੇ ਦੇਖਣਾ ਕਿੱਦਾਂ ਹੀ, ਕਿਉਂਕਿ ਰਿਫੰਡੇਬਲ ਸੀ। ਤੇ ਮੈਂ ਫਸਟ ਸਟੈਪ ਲੈ ਕੇ ਮੈਂ ਦੇਖਿਆ ਮੈਂ ਕਿੱਦਾਂ ਦਾ ਇਹ ਬਿਜ਼ਨਸ ਕੀ ਹੈ, ਇਹਦੇ 'ਚ ਕੀ ਹੁੰਦਾ। ਸੋ ਮੈਂ ਆਪਣਾ 30 days 'ਚ ਆਪਣਾ ਮਾਈਂਡ ਸੈਟ ਕਰ ਲਿਆ ਸੀ ਕਿ ਵੀ ਹਾਂ ਮੈਂ ਕਰ ਸਕਦੀ ਹਾਂ। ਔਰ ਮੈਂ ਉਹਨਾਂ ਨੂੰ ਮਨਾਇਆ ਕਿ ਮੈਂ ਕਰਨਾ, ਕਹਿੰਦੇ ਨਹੀਂ ਸਕੈਮ ਹੈ। ਸੋ ਕਹਿੰਦੇ ਤੂੰ ਆਪ ਕਰਨਾ ਹੈ, ਸੋ ਤੂੰ ਕਰਨਾ ਹੈ, ਸੋ ਕਰ ਲਾ, ਮੈਂ ਤੈਨੂੰ ਕੁਛ ਨਹੀਂ ਕਹਾਂਗਾ। ਉਹ ਠੀਕ ਹੈ, ਮੈਂ ਮੈਨੂੰ ਪਿੱਛੇ ਹਟਾਇਓ ਨਾ, ਹੁਣ ਮੈਂ ਕਰਨਾ। ਓਕੇ, ਫਿਰ ਡਨ ਆ। ਫਿਰ ਮੈਂ ਆਪਣਾ ਨੈਕਸਟ ਸਟੈਪ ਚੱਕਿਆ, ਸੋ ਅੱਜ ਤੁਹਾਡੇ ਨਾਲ ਬੈਠੇ ਆ। ਥੈਂਕ ਯੂ ਸੋ ਮਚ। ਸੋ ਮੈਂ ਇਹੀ ਗੱਲ ਕਹਿਣੀ ਹੁੰਦੀ ਆ ਕਿ ਤੁਹਾਡੇ ਬਾਕੀ ਆਰਾ ਗਾਰਾ ਨੱਥੂ ਖਾਰੇ ਸਾਨੂੰ ਕੋਈ ਲੋੜ ਨਹੀਂ ਹੁੰਦੀ। ਸਾਡੇ ਹਸਬੈਂਡ ਜੋ ਸਾਡੇ ਘਰ ਵਿੱਚ ਸਾਡੇ ਰਹਿੰਦੇ ਆ ਨਾ, ਉਹਨਾਂ ਦੀ ਸਾਨੂੰ ਸਿਰਫ ਲੋੜ ਆ, ਉਹਨਾਂ ਦੀ ਸਪੋਰਟ ਨਾਲ। ਜੇ ਹੈਗੇ ਆ ਨਾ ਤੇ ਤਾਂ ਹੀ ਤੁਸੀਂ ਸਾਰੇ ਬੈਠੇ ਹੋ, ਤੇ ਮੈਂ ਇਹ ਨਹੀਂ ਕਹਿ ਸਕਦੀ ਉਹਨਾਂ ਦੀ ਸਪੋਰਟ ਤੋਂ ਬਿਨਾਂ ਤੁਸੀਂ ਬੈਠੇ ਹੋ। ਉਹਨਾਂ ਦੀ ਸਪੋਰਟ ਦੇ ਜੇ ਹੈਗੀ ਆ ਤੇ ਤਾਂ ਹੀ ਤੁਸੀਂ ਇੱਥੇ ਅੱਜ ਬੈਠੇ ਹੋਏ ਹੋ। ਸੋ ਇੱਕ ਮੈਂ ਇੱਕ ਜਿਹੜੇ ਮੋਸਟ ਆਫ ਇੱਕ ਕੁਐਸਚਨ ਆਉਂਦਾ ਆ ਕਿ ਮੇਰੀ ਉਮਰ ਇੰਨੀ ਹੋ ਗਈ ਆ, ਮੈਨੂੰ ਹੁਣ ਕੁਛ ਨਹੀਂ ਆਉਂਦਾ। ਤੁਹਾਨੂੰ ਪਤਾ ਆਪਾਂ ਸਾਰੇ ਬਾਹਰਲੇ ਮੁਲਕਾਂ 'ਚ ਆਏ ਆ। ਮੈਂ 50 ਸਾਲ ਦੀ ਹੋ ਗਈ ਆ, ਮੈਂ 45 ਦੀ ਹੋ ਗਈ ਆ। ਤੁਹਾਨੂੰ ਜਿੱਦਾਂ ਸੰਦੀਪ ਹੋਣੀ ਕਹਿੰਦੇ ਨੇ ਕਿ ਮੈਂ ਕਦੀ ਵੀ ਸੋਸ਼ਲ ਮੀਡੀਆ ਤੇ ਕਦੀ ਨਹੀਂ ਆਈ, ਨਾ ਮੈਨੂੰ ਪਤਾ ਹੈ ਕੀ ਆ। ਸੋ ਤਰਿੰਦਰ ਜੀ ਤੁਸੀਂ ਦੱਸੋ ਕਿ ਕਿਹੜੇ ਲੋਕ ਇਹ ਬਿਜ਼ਨਸ ਨੂੰ ਜੁਆਇਨ ਕਰ ਸਕਦੇ ਆ? ਕਿੰਨੀ ਕੁਆਲੀਫਿਕੇਸ਼ਨ, ਕੋਈ ਲੋੜ ਹੈਗੀ ਆ, ਕੋਈ ਸਰਟੀਫਿਕੇਟ ਚਾਹੀਦਾ ਆ ਤੁਸੀਂ ਬਿਜ਼ਨਸ ਜੁਆਇਨ ਕਰਦੇ ਹੋ? ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਨਹੀਂ ਦੀਦੀ, ਇਸ ਨੂੰ ਜੁਆਇਨ ਕਰਨ ਦੇ ਲਈ ਕੋਈ ਏਜ ਦੇ ਰਿਸਟ੍ਰਿਕਸ਼ਨਸ ਨਹੀਂ ਹੈ। ਤੁਸੀਂ 18 ਇਅਰਸ ਅਬਵ ਹੋ, ਤੁਸੀਂ ਕਦੋਂ ਮਰਜ਼ੀ ਇਸ ਬਿਜ਼ਨਸ ਨੂੰ ਜੁਆਇਨ ਕਰ ਸਕਦੇ ਹੋ। ਸਪੈਸ਼ਲੀ ਉਹ ਮੌਮਸ ਜਿਹੜੀਆਂ ਆਪਣੇ ਬੱਚਿਆਂ ਨਾਲ, ਜਿਨ੍ਹਾਂ ਕੋਲ ਐਕਸਕਿਊਜ਼ ਹੈ, ਜਿੱਦਾਂ ਰੇਨੂ ਦੀਦੀ ਹੈ ਕਹਿੰਦੇ ਮੇਰੇ ਬੱਚੇ ਆ ਘਰ ਛੱਡ ਕੇ ਮੈਂ ਨਹੀਂ ਜਾ ਸਕਦੀ ਹੈਗੀ, ਉਹ ਇਹਨੂੰ ਜੁਆਇਨ ਕਰ ਸਕਦੇ ਆ। ਪੇਰੈਂਟਸ ਆ, ਫਾਦਰ ਮਦਰ, ਈਵਨ ਕਿ ਸਟੂਡੈਂਟਸ ਵੀ ਕਈ ਕੰਟਰੀਜ਼ ਦੇ ਵਿੱਚ ਉਹਨਾਂ ਨੂੰ ਆਪਣੀ ਵੀਜ਼ਾ ਕੰਡੀਸ਼ਨਸ ਦੇਖਣੀਆਂ ਚਾਹੀਦੀਆਂ ਨੇ। ਈਵਨ ਸਟੂਡੈਂਟਸ ਵੀ ਇਹ ਬਿਜ਼ਨਸ ਨੂੰ ਜੁਆਇਨ ਕਰ ਸਕਦੇ, ਕਿਉਂਕਿ ਮੇਨ ਇਹਦੇ ਵਿੱਚ ਕੋਈ ਲੈਂਗੁਏਜ ਦਾ ਇਸ਼ੂ ਨਹੀਂ ਹੈ। ਕੋਈ ਵੀ ਹਾਊਸ ਵਾਈਫ ਹੈ ਜਾਂ ਕੋਈ ਵੀ ਇਸ ਨੂੰ ਜੁਆਇਨ ਕਰ ਸਕਦਾ, ਕਿਉਂਕਿ ਇਸ ਨੂੰ ਤੁਸੀਂ ਆਪਣੀ ਮਦਰ ਲੈਂਗੁਏਜ ਦੇ ਵਿੱਚ ਕਰ ਸਕਦੇ ਹੋ। ਇਹ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਮੇਰੇ ਕੋਲ ਐਕਸਪੀਰੀਅੰਸ ਨਹੀਂ ਹੈ ਬਿਜ਼ਨਸ ਦਾ, ਮੈਂ ਕਿਵੇਂ ਕਰੂੰ, ਆਨਲਾਈਨ ਬਿਜ਼ਨਸ ਹੈ। ਨਹੀਂ, ਕਿਸੇ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਸਾਰੀ ਵੀਡੀਓ ਟ੍ਰੇਨਿੰਗ ਦਿੱਤੀ ਜਾਂਦੀ ਹੈ, ਪ੍ਰੋਵਾਈਡ ਕੀਤੀ ਜਾਂਦੀ ਹੈ। ਤੇ ਇਸਨੂੰ ਤੁਸੀਂ ਆਪਣੀ ਵੀਡੀਓ ਜਿਹੜੀ ਟ੍ਰੇਨਿੰਗ ਵੀ ਆ ਉਸਨੂੰ ਵੀ ਆਪਣੀ ਮਦਰ ਲੈਂਗੁਏਜ ਦੇ ਵਿੱਚ ਚੇਂਜ ਕਰਕੇ ਦੇਖ ਸਕਦੇ ਹੋ। ਇਸ ਲਈ ਨਾ ਕੋ ਤੁਹਾਨੂੰ ਇੰਗਲਿਸ਼ ਤੋਂ ਹੈ, ਇੰਗਲਿਸ਼ ਦੇ ਵਿੱਚ ਇੱਕ ਵਾਰੀ ਟ੍ਰੇਨਿੰਗ ਤੁਹਾਨੂੰ, ਕਿਉਂਕਿ ਜਦੋਂ ਅਸੀਂ ਵੀ ਸ਼ੁਰੂ ਕੀਤਾ ਸੀ ਸਾਨੂੰ ਵੀ ਥੋੜਾ ਲੱਗਦਾ ਸੀ ਕਿਵੇਂ ਕਰਾਂਗੇ, ਬਟ ਜਦੋਂ ਟ੍ਰੇਨਿੰਗ ਸ਼ੁਰੂ ਹੋਈ, ਤੁਹਾਡੇ ਮੈਂਟਰ, ਤੁਹਾਡੇ ਕੋਚ ਤੁਹਾਨੂੰ ਹੈਲਪ ਕਰਦੇ ਆ, ਤੁਹਾਡੀ ਸਾਰੀ ਟੀਮ, ਬੜੀ ਵਧੀਆ ਟੀਮ ਮਿਲਦੀ ਹੈ ਜਦੋਂ ਤੁਹਾਡੀ ਹੈਲਪ ਕਰਦੀ ਹੈ, ਤਾਂ ਕਿਸੇ ਚੀਜ਼ ਦੀ ਡਰਨ ਦੀ ਜ਼ਰੂਰਤ ਨਹੀਂ ਹੈ। ਤੇ ਇਸ ਬਿਜ਼ਨਸ ਨੂੰ ਕਰਨ ਲਈ ਜਿਵੇਂ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤੁਹਾਨੂੰ ਨਾਲ ਸਟੈਪ ਬਾਏ ਸਟੈਪ ਸਾਰਾ ਸਿਖਾਇਆ ਜਾਂਦਾ ਇੱਕ ਬੱਚੇ ਦੀ ਤਰ੍ਹਾਂ, ਤੇ ਉਸ ਤੋਂ ਬਾਅਦ ਤਾਂ ਕੋਈ ਡਰਨ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਇਸ ਲਈ ਇਹਨੂੰ ਕੋਈ ਵੀ ਜੁਆਇਨ ਕਰ ਸਕਦਾ ਹੈ। ਓਕੇ, ਸੋ ਇਹ ਕੁਐਸਚਨ ਸੀ ਬਹੁਤ इंपॉर्टेंट सी, एक बहुत ही इंपॉर्टेंट क्वेश्चन। मैंने पता जिन्हें देखना उन्हें भी कहना है। तो मैं रेणु दीदी आपसे पूछना चाहती हूँ, लोग कहते हैं बिजनेस है, बिजनेस है, बिजनेस है, बिजनेस है क्या? तो वो उसके बताते क्यों नहीं सामने आकर? तो उसके बारे में आप क्या बताओगे, क्यों नहीं बताते हम सबके बारे में? हम सिर्फ एक्सपीरियंस शेयर करते हैं, बिजनेस का मॉडल है क्यों नहीं एक्सप्लेन करते, वो बताएंगे। मैं ये बोलना चाहूंगी कि हर कंपनी का अपना एक कोई रूल्स एंड रेगुलेशंस होते हैं। वो लोग चाहते हैं कि वो आप जब सिस्टम में एंटर होते हो तो उनके रूल्स एंड रेगुलेशंस फॉलो करने के बाद आप सिस्टम में एंटर हो। जब आप बिजनेस में एंटर होते हो तो आपको एक वेबिनार दिखाया जाता है, तो उसको वॉच करो और सिस्टमैटिकली स्टेप बाय स्टेप फॉलो करते जाओ कि एग्जैक्टली क्या वो चाहते हैं, क्या करना है बिजनेस में। तो समटाइम्स कुछ लोग मिसअंडरस्टूड भी कर जाते हैं कि कोई और बताता है और बिजनेस एग्जैक्टली कुछ और होता है। तो इसलिए जो रूल्स एंड रेगुलेशंस होते हैं बिजनेस के, उसको ही फॉलो करते हुए आगे बढ़े। इसलिए कि एग्जैक्टली अपन बिजनेस के बारे में बताते नहीं है, उनको वेबिनार वॉच करने के लिए देते हैं। यस, एग्जैक्टली। सो मोस्ट ऑफ की होता है कि मान लो सपोज करो कि अगर रेणु दीदी से पूछने जाए, कुलविंदर से पूछने, संदीप, हर का अपना वे ऑफ टॉकिंग होगा। मेरे से कोई पूछे तो मेरा अपना कोई वे ऑफ टॉकिंग है। हम बिजनेस को अलग अलग तरीके से नहीं, बिजनेस ये वो। तो एक बोलते हैं कि आप एक सिस्टम बना हुआ है ऑलरेडी, कोई किसी को नहीं होगा कि हाँ मैंने वो बोला, उसने वो बोला, उसने बोला, एक सिस्टम बना कर दिया, आप एंटर करो, आपको ज्यादा पता चलेगा। तो हर कंपनी की अपनी पॉलिसी होती है, सबको पता है। तो सबसे बड़ी बात तो ये है कि जैसे 149 का सबसे बड़ा चक्कर चलता है, लोग पे नहीं करते। सबसे बड़ा चक्कर तो यही है, मुझे लगता है कि वो इतना बड़ा कोई इशू नहीं होना चाहिए। वो लोगों को बोलते हैं कि वो 149 जब आप पे करते हो 101% रिफंडेबल। लोगों को यही नहीं समझ आता कि शायद लगता है कि नहीं आप झूठ बोल रहे हो। हम आज लाइव कर रहे हैं, हर किसी की फैमिली है, हर किसी की अपनी अपनी ऑन लाइफ है,
पर सामने आकर आप लोगों को बता रहे हो तो इतने लोग झूठ नहीं बोलते होंगे। तो मैं 101% हम कहते हैं कि जब भी आप सिस्टम में एंटर करोगे, फर्स्ट रजिस्ट्रेशन होता है। जितने भी आप सबको देख रहे हो, किसी ने अपनी ईमेल्स, अपनी वेबसाइट्स डाली, किसी ने अपने नाम फिल किए हैं, जिन्होंने अपने वेबसाइट्स वगैरह डाली हैं, जब आप इनके वेबसाइट पे जाओगे, आपको रजिस्ट्रेशन करना, अपना नाम और ईमेल देना होगा। आफ्टर दैट आपको बोलते हैं वेबिनार देखना। जिसको अच्छा लगता है वेबिनार देखना, 90 मिनट देख सकते हो अपने लाइफ के, तो दे दो। नहीं तो एक कम्युनिटी में एंटर किया जाता है, जहां पे आपको अच्छे से बिजनेस के ऑलरेडी लोग कर रहे होते हैं, वो कैसे कर रहे थे उसमें एंटर किया जाता है। तो आपके पास 2 स्टेप है, एक तो वेबिनार देख सकते हो, नहीं देखना तो आप फेसबुक का लिंक है, प्राइवेट ग्रुप है, आप उसमें भी एंटर हो सकते हो। जब आप उस पर एंटर होते हो तो बहुत सारे लोग, शायद ਤੁਹਾਡਾ ਗੁਆਂਢੀ ਵਿੱਚ ਬੈਠਾ ਹੋਊਗਾ ਜੋ ਤੁਹਾਨੂੰ ਨਹੀਂ ਦੱਸ ਰਿਹਾ। ਸੋ ਹਰ ਕੋਈ ਚੀਜ਼, ਸਾਰੇ ਇੱਥੇ ਲੋਕ ਹੁੰਦੇ ਨੇ, ਬੈਠੇ ਹੁੰਦੇ ਨੇ, ਆਪਣਾ ਕੰਮ ਕਰਦੇ ਹੁੰਦੇ ਨੇ, ਆਪਣੀ ਇਨਕਮ ਸ਼ੇਅਰ ਕਰਦੇ ਨੇ, ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨੇ, ਉਹਨਾਂ ਦੀ ਕੀ ਹੈ। ਜੇ ਤੁਹਾਨੂੰ ਚੰਗਾ ਲੱਗਦਾ ਹੈ ਤੇ ਜਿਹੜਾ ਲਾਸਟ ਸਟੈਪ ਹੈ ਉਹ 149 ਹੈ, ਜੋ ਕਿ ਰਿਫੰਡੇਬਲ। ਅਸੀਂ ਬਾਰ-ਬਾਰ ਕਹਿੰਦੇ ਆ ਕਿਉਂਕਿ ਨਹੀਂ ਸਮਝ ਲੱਗਦੀ ਲੋਕਾਂ ਨੂੰ, ਕਈ ਵੇਲੇ ਅਸੀਂ ਪਰ ਬਾਰ-ਬਾਰ ਦੱਸਦੇ ਆ ਤੁਹਾਨੂੰ ਪਤਾ ਲੱਗੇ। ਸੋ ਥੈਂਕ ਯੂ ਸੋ ਮਚ ਟੂ ਆਲ। ਬਸ ਮੈਂ, ਤੁਸੀਂ ਹੁਣ ਜਾਂਦੇ ਜਾਂਦੇ ਸਭ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਕਿ ਜੋ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ, ਕਿਉਂਕਿ ਤੁਹਾਡਾ ਕਿਹਾ ਸਭ ਬਹੁਤ ਸੁਣਨਾ ਹੈ ਕਿ ਇਹ ਕੀ ਕਹਿਣਾ ਚਾਹੁੰਦੇ ਤੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤਰਿੰਦਰ ਦੀ ਤੁਹਾਡੇ ਤੋਂ ਸ਼ੁਰੂਆਤ ਕਰਦੀ ਹਾਂ। ਮੈਂ ਦੀ ਜਾਂਦੇ ਜਾਂਦੇ ਇਹ ਕਹਿਣਾ ਚਾਹੂੰਗੀ ਕਿ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਜਦੋਂ ਤੋਂ ਮੈਂ ਬਿਜ਼ਨਸ ਜੁਆਇਨ ਕੀਤਾ, ਇੱਕ ਤਾਂ ਮੇਰਾ ਕੌਨਫੀਡੈਂਸ ਲੈਵਲ ਬਹੁਤ ਵਧਿਆ, ਕਿਉਂਕਿ ਜਦੋਂ ਮੈਂ, ਤੁਹਾਡੇ ਵੀ ਯਾਦ ਹੋਊਗਾ ਜਦੋਂ ਸ਼ੁਰੂ 'ਚ ਮੈਂ ਤੁਹਾਡੇ ਨਾਲ ਗੱਲ ਕੀਤੀ, ਮੈਂ ਦੀਦੀ ਮੈਂ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਹੈਗਾ, ਮੈਂ ਸੋਸ਼ਲ ਮੀਡੀਆ ਤੇ ਆਉਣ ਤੋਂ ਮੈਨੂੰ ਪ੍ਰੋਬਲਮ ਹੈ, ਮੈਂ ਤੁਹਾਡੇ ਨਾਲ ਇਹ ਗੱਲ ਕੀਤੀ ਸੀ ਨਾ। ਤਾਂ ਤੁਸੀਂ ਮੈਨੂੰ ਇਨਕਰੇਜ ਕੀਤਾ, ਮੇਰੇ ਮੈਂਟਰ ਨੇ ਇਨਕਰੇਜ ਕੀਤਾ। ਤਾਂ ਆਪਾਂ ਨੂੰ ਮਤਲਬ ਇਹ ਹੈ ਕਿ ਆਪਣਾ ਕੌਨਫੀਡੈਂਸ ਲੈਵਲ ਵੱਧਦਾ, ਕਿਉਂਕਿ ਆਪਾਂ ਸੋਸ਼ਲ ਮੀਡੀਆ ਯੂਜ਼ ਤਾਂ ਕਰਦੇ ਹਾਂ ਪਰ ਆਪਾਂ ਥੋੜੇ ਸ਼ਾਈ ਹੁੰਦੇ ਆ ਕਿ ਆਪਾਂ ਅੱਗੇ ਆਉਣ ਤੋਂ ਡਰਦੇ ਹਾਂ। ਤੇ ਆਪਣਾ ਕੌਨਫੀਡੈਂਸ ਲੈਵਲ ਵੱਧਦਾ ਹੈ। ਉਸ ਤੋਂ ਇਲਾਵਾ ਆਪਾਂ ਇੱਕ ਐਕਸਟਰਾ ਇਨਕਮ ਜੋ ਆਪਾਂ ਨੂੰ ਆਉਂਦੀ ਹੈ ਇਸ ਬਿਜ਼ਨਸ ਤੋਂ ਉੱਪਰ, ਉਹ ਆਪਾਂ ਆਪਣੀ ਫੈਮਿਲੀ 'ਚ ਹੈਲਪ ਕਰ ਸਕਦੇ ਹਾਂ, ਆਪਣੇ ਬੱਚਿਆਂ ਦੀ ਲਾਈਫ ਸੈਟਲ ਕਰ ਸਕਦੇ ਹਾਂ ਉਸਦੇ ਨਾਲ। ਕਿਉਂਕਿ ਆਪਾਂ ਇੱਕ ਜੌਬ ਤੇ ਪੇ ਚੈੱਕ ਤੇ ਡਿਪੈਂਡ ਰਹਿ ਕੇ ਆਪਾਂ ਬਹੁਤ ਕੁਛ ਨਹੀਂ ਕਰ ਸਕਦੇ ਜੋ ਆਪਾਂ ਸੋਚਦੇ ਹਾਂ। ਇਸ ਲਈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ, ਇੱਕ ਬਹੁਤ ਹੀ ਵਧੀਆ ਓਪਰਚੁਨਿਟੀ ਹੈ, ਤੁਹਾਨੂੰ ਇੱਕ ਵਾਰੀ ਜ਼ਰੂਰ ਇਸ ਬਿਜ਼ਨਸ ਦੇ ਵਿੱਚ ਐਂਟਰ ਹੋ ਕੇ ਦੇਖਣਾ ਚਾਹੀਦਾ, ਬਿਜ਼ਨਸ ਦਾ ਮਾਡਲ ਦੇਖਣਾ ਚਾਹੀਦਾ, ਕਿਉਂਕਿ ਦੇਖਣ ਦੇ ਵਿੱਚ ਕੋਈ ਹਰਜ ਨਹੀਂ ਹੈ। 149 ਆਪਾਂ ਬਾਰ-ਬਾਰ ਕਹਿ ਰਹੇ ਹਾਂ ਕਿ 149 ਰਿਫੰਡੇਬਲ ਹੈ। ਤੁਸੀਂ ਨਹੀਂ, ਤੁਹਾਨੂੰ ਅੱਛਾ ਲੱਗੂਗਾ ਤੁਸੀਂ ਆਪਣੇ ਵਾਪਸ ਕਰਵਾ ਸਕਦੇ ਹੋ। ਪਰ ਜਿਸ ਤਰ੍ਹਾਂ ਮੇਰਾ ਐਕਸਪੀਰੀਅੰਸ ਹੈ ਕਿ ਬਹੁਤ ਹੀ ਜ਼ਿਆਦਾ ਵਧੀਆ ਇਹ ਬਿਜ਼ਨਸ, ਤੇ ਇੱਕ ਵਾਰੀ ਤੁਹਾਨੂੰ ਜ਼ਰੂਰ ਜੁਆਇਨ ਕਰਕੇ ਦੇਖਣਾ ਚਾਹੀਦਾ। ਸਹੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ ਤਰਿੰਦਰ ਦੀਦੀ। ਅਮਨ, ਤੁਸੀਂ ਦੱਸੋ ਤੁਹਾਡਾ ਕੀ ਐਕਸਪੀਰੀਅੰਸ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਦੇਖ ਰਹੇ ਨੇ। ਐਕਸਪੀਰੀਅੰਸ ਤਾਂ ਬਹੁਤ ਵਧੀਆ ਰਿਹਾ, ਕਿਉਂਕਿ ਅਸੀਂ ਸੋਸ਼ਲ ਮੀਡੀਆ ਯੂਜ਼ ਤਾਂ ਕਰਦੇ ਹਾਂ ਪਰ ਇੰਨਾ ਨਹੀਂ ਸਾਨੂੰ ਨੌਲੇਜ ਹੈਗੀ ਸੀ। ਇਸ ਬਿਜ਼ਨਸ ਨਾਲ ਸਾਨੂੰ ਕਾਫੀ ਨੌਲੇਜ ਮਿਲੀ, ਟੈਕਨੀਕਲੀ ਨੌਲੇਜ ਮਿਲੀ ਹੈ। ਤੇ ਸਾਰਿਆਂ ਨੂੰ ਇਹੀ ਹੈ ਕਿ ਵੀ ਮੈਨੂੰ ਪਤਾ ਹੈ ਉਹ ਸਾਰੇ ਤੁਹਾਡੀ ਬੇਟੀ ਵੀ ਲੱਗੇ ਆ, ਉਹ ਥੋੜਾ ਕਰਨ ਦੇ ਨੇ, ਕੋਈ ਚੱਕਰ ਨੀ, ਤੁਸੀਂ ਨਾਲ ਲਿਆ ਸਕਦੇ ਹੋ। ਅਸੀਂ ਇਹੀ ਕਹਿੰਦੇ ਨੇ ਬੱਚਿਆਂ ਦੇ ਨਾਲ ਅਸੀਂ ਬਿਜ਼ਨਸ ਕਰਦੇ ਹਾਂ, ਡੋਂਟ ਵਰੀ ਅਬਾਊਟ ਇਟ। ਮੈਨੂੰ ਪਤਾ ਫਿਰ ਨਿਆਣੇ ਫਿਰ ਆਪਣਾ ਉਹਨਾਂ ਨੇ ਵਿੱਚ ਪਾਈ ਜਾਣਾ, ਇੱਕ ਸਮਾਨ ਪਾਈ ਜਾਣਾ ਹੁੰਦਾ, ਆ ਵੀ ਦੇ ਦੇ, ਆ ਵੀ ਦੇ ਦੇ, ਉਹ 'ਚ ਕੋਈ ਚੱਕਰ ਨਹੀਂ ਹੁੰਦਾ, ਇਹ ਨਾਰਮਲ ਆ। ਚੱਲੀ ਜਾਂਦਾ ਪ੍ਰੋਗਰਾਮ ਇਹਨਾਂ ਦੇ ਨਾਲ ਹੀ, ਇਹਨਾਂ ਦੇ ਨਾਲ ਹੀ ਰਹਿਣਾ, ਕਿਤੇ ਨਹੀਂ ਜਾਣਾ ਇਹਨਾਂ ਨੇ, ਤੇ ਇਹਨਾਂ ਕਰਕੇ ਤਾਂ ਆਪਾਂ ਸਾਰੀ ਚੀਜ਼ਾਂ ਸ਼ੁਰੂਆਤ ਕੀਤੀ ਹੈ ਨਾ। ਸੋ ਥੈਂਕ ਯੂ ਸੋ ਮਚ ਅਮਨ। ਸੋ ਸੰਦੀਪ ਦੀਦੀ, ਤੁਸੀਂ ਕੀ ਕਹਿਣਾ ਚਾਹੁੰਦੇ। ਸੰਦੀਪ ਦੀਦੀ ਸਿਹਤ ਠੀਕ ਹੈ ਲੱਗਦੀ ਮੈਨੂੰ। ਹਾਂਜੀ, ਥੋੜਾ ਜਿਹਾ ਨਰਵਸ ਹੀ ਆ, ਹੋਰ ਤਾਂ ਕੋਈ ਨਹੀਂ। ਹਾਂਜੀ, ਮੈਂ ਵੀ ਬਸ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਫਸਟ ਸਟੈਪ ਲੈ ਕੇ ਦੇਖ ਲੈਣਾ ਚਾਹੀਦਾ ਆ। ਬਾਕੀ ਆਪਾਂ ਕਿਸੇ ਦਾ ਕੋਈ ਜ਼ਬਰਦਸਤੀ ਨਹੀਂ ਕਰਦੇ ਹੈਗੇ ਕਿ ਤੁਸੀਂ ਨਹੀਂ ਇਸ ਬਿਜ਼ਨਸ ਨੂੰ ਜੁਆਇਨ ਕਰਨਾ ਹੀ ਕਰਨਾ ਆ। ਉਹ ਸਾਰਿਆਂ ਦੀ ਆਪੋ ਆਪਣੀ ਚੁਆਇਸ ਆ। ਤੁਹਾਨੂੰ ਵਧੀਆ ਲੱਗਦਾ ਤੁਸੀਂ ਨੈਕਸਟ ਸਟੈਪ ਲਾਓ, ਨਹੀਂ ਵਧੀਆ ਲੱਗਦਾ ਤੁਸੀਂ ਬੈਕ ਸਟੈਪ ਲਾਓ, ਪਰ ਲਾਈਫ 'ਚ ਇੱਕ ਵਾਰੀ ਸਟੈਪ ਲੈਣਾ ਜ਼ਰੂਰ ਚਾਹੀਦਾ ਹੈ। ਆਪਾਂ ਘਰ 'ਚ ਰਹਿ ਕੇ ਕੁਛ ਨਹੀਂ ਕਰ ਸਕਦੇ, ਆਪਾਂ ਘਰ 'ਚ ਰਹਿ ਕੇ ਬਹੁਤ ਕੁਛ ਵੀ ਕਿਸ ਟਾਈਮ ਕਰ ਸਕਦੇ। ਸਾਰਿਆਂ ਦਾ ਸੋਚਣਾ ਹੁੰਦਾ ਹੈ ਹਾਂ ਕਿ ਘਰ ਤੋਂ ਆਪਾਂ ਕਿੰਨੀ ਕਰਨੀ ਕਰ ਲਾਂਗੇ। ਜ਼ਰੂਰੀ ਹੁੰਦਾ ਕਿ ਆਪਾਂ ਇਹੀ ਸੋਚ ਕੇ ਪਿੱਛੇ ਨੈਕਸਟ ਸਟੈਪ ਲੈ ਲੈਣਾ ਆ। ਇਹ ਇੱਕ ਬਿਜ਼ਨਸ ਹੈ, ਇਹਦੇ ਵਿੱਚ ਫਿਊਚਰ ਬਰਾਈਡ ਆ, ਆਪਣੇ ਬੱਚਿਆਂ ਦਾ ਫਿਊਚਰ ਬਰਾਈਡ ਆ। ਆਪਾਂ ਨੂੰ, ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗੀ ਕਿ ਇੱਕ ਵਾਰੀ ਨੈਕਸਟ ਸਟੈਪ ਲੈ ਲਓ। ਬਾਕੀ ਲੱਗਦਾ ਨਹੀਂ ਕੋਈ ਬੈਕ ਸਟੈਪ ਲਊਗਾ, ਕਿਉਂਕਿ ਅਸੀਂ ਵੀ ਡਰਦੇ ਨੇ ਫਸਟ ਸਟੈਪ। ਅਸੀਂ ਵੀ ਇਹੀ ਸੋਚਿਆ ਇਹੀ, ਆਪਾਂ ਬਸ ਦੇਖਣਾ ਹੈ, ਬਾਅਦ 'ਚ ਵਾਪਸ ਚਲ ਜਾਣਾ ਹੈ। ਠੀਕ ਹੈ, ਅੱਜ ਆਪਣੇ ਆਪ ਤੇ ਮਹਿਸੂਸ ਹੁੰਦਾ ਕਿ ਨਹੀਂ, ਅਸੀਂ ਜੇ ਬੈਕ ਚਲ ਜਾਂਦੇ ਅੱਜ ਅਸੀਂ ਇੱਥੇ ਨਹੀਂ ਹੋਣਾ ਸੀਗਾ। ਸੋ ਕੁਲਵਿੰਦਰ ਦੀਦੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹਾਂਜੀ, ਜਿੱਦਾਂ ਮੇਰੇ ਫਰੈਂਡਸ ਨੇ ਸਾਰਿਆਂ ਨੇ ਬੋਲ ਦਿੱਤਾ ਹੈ ਕਿ ਸਾਨੂੰ ਇਸ ਬਿਜ਼ਨਸ ਦੇ ਬਾਰੇ ਨੌਲੇਜ ਲੈਣ ਲਈ ਇੱਕ ਸਟੈਪ ਲੈ ਲੈਣਾ ਚਾਹੀਦਾ ਹੈ, ਤਾਂ ਕਿ ਅਸੀਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚਿਆਂ ਦਾ ਫਿਊਚਰ, ਆਪਣੇ ਫੈਮਿਲੀ ਦੀ ਹੈਲਪ ਕਰ ਸਕੀਏ।
ਤੇ ਬਿਜ਼ਨਸ ਦੇ ਨਾਲ ਸਾਨੂੰ ਜਨਰਲੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਮਿਲਦੀ ਆ ਸੋਸ਼ਲ ਮੀਡੀਆ ਤੇ, ਕਿੱਦਾਂ ਆਉਣਾ ਆ, ਕਿੱਦਾਂ ਕੰਮ ਕਰਨਾ ਹੈ, ਜਿਹਦੇ ਕਿ ਸਾਨੂੰ ਜ਼ੀਰੋ ਨੌਲੇਜ ਸੀਗੀ ਨਾ। ਤੇ ਸਾਨੂੰ ਕਾਫੀ ਹੈਲਪ ਮਿਲਦੀ ਆ, ਵਧੀਆ ਮੈਂਟਰ ਮਿਲਦੇ ਆ, ਕੋਚ ਮਿਲਦੇ ਆ। ਸਾਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੋਣਾ ਚਾਹੀਦਾ ਕਿ ਇਹ ਆਨਲਾਈਨ ਬਿਜ਼ਨਸ ਆ ਤੇ ਅਸੀਂ ਕਿਵੇਂ ਕਰਾਂਗੇ, ਕਿੱਦਾਂ ਕਰਾਂਗੇ। ਅਸੀਂ ਵੀ ਬਹੁਤ ਸ਼ਾਏ ਆ, ਬੋਲਣ ਤੋਂ ਡਰਦੇ ਆ, ਕੈਮਰੇ ਦੇ ਮੂਹਰੇ ਆਉਣ ਤੋਂ ਥੋੜਾ ਹੋਰ ਤਰ੍ਹਾਂ ਫੀਲ ਹੁੰਦਾ ਰਹਿੰਦਾ ਕਿ ਕਿਵੇਂ ਕਰਾਂਗੇ। ਨੋਰਮਲ ਹੁੰਦੀਆਂ ਇਹਦੇ ਵਿੱਚ ਕੋਈ ਵੀ ਤੁਹਾਨੂੰ ਡਰਨੇ ਦੀ ਜ਼ਰੂਰਤ ਨਹੀਂ ਹੈ। ਜਿਹੜਾ ਸਾਡਾ ਬਿਜ਼ਨਸ ਆ ਉਹ ਬਿਲਕੁਲ ਰਜਿਸਟ੍ਰੇਸ਼ਨ ਦੇ ਨਾਲ ਹੁੰਦਾ ਆ, ਸਾਡੇ ਡਾਕੂਮੈਂਟ ਫਿਲ ਹੁੰਦੇ ਆ। ਤੇ ਕਈ ਲੋਕਾਂ ਦੇ ਦਿਮਾਗ ਵਿੱਚ ਡਰ ਹੁੰਦਾ ਹੈ ਕਿ ਪਤਾ ਨਹੀਂ ਇਹ ਫਰੋਡ ਨਾ ਹੋਵੇ। ਇਹ ਸਾਰਾ ਟੈਕਸਟ ਪੇ ਹੁੰਦਾ ਆ ਤੇ ਹਰ ਕਿਸੇ ਨੂੰ ਆਪਣਾ ਫਸਟ ਸਟੈਪ ਲੈ ਕੇ ਇਸ ਬਿਜ਼ਨਸ ਦੀ ਨੌਲੇਜ ਲੈਣੀ ਚਾਹੀਦੀ ਹੈ, ਇਨਫੋਰਮੇਸ਼ਨ ਪੂਰੀ ਲੈਣੀ ਚਾਹੀਦੀ ਆ। ਹਰ ਕਿਸੇ ਦੀ ਵੈਬਸਾਈਟ ਇੱਥੇ ਸ਼ੋ ਹੋ ਰਹੀ ਆ, ਤੁਸੀਂ ਉਹਦੇ ਤੇ ਜਾ ਕੇ ਰਜਿਸਟ੍ਰੇਸ਼ਨ ਕਰਕੇ ਆਪਣੀ ਇਨਫੋਰਮੇਸ਼ਨ ਲੈ ਸਕਦੇ ਆ ਇਸ ਬਿਜ਼ਨਸ ਦੇ ਰਿਗਾਰਡਿੰਗ। ਔਰ ਤੁਹਾਨੂੰ ਵਧੀਆ ਗਾਈਡਨੈਸ ਮਿਲੇਗੀ, ਮੈਂਟਰ ਮਿਲਦੇ ਆ, ਕੋਚ ਮਿਲਦੇ ਆ ਤੁਹਾਡੀ ਹਰ ਇੱਕ ਲੈਂਗੁਏਜ ਦੇ ਵਿੱਚ। ਤੁਸੀਂ ਇਹ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਇੰਨਾ ही कहना चाहूंगी। थैंक यू सो मच कुलविंदर दीदी। रेणुका दीदी, आप क्या बोलना चाहोगे, क्या कहना चाहोगे अपने लोगों को? मैं यही कहना चाहूंगी कि अभी तक की मेरी जो जर्नी रही है वो बहुत ही बढ़िया रही है। हर किसी के कोई ना कोई ड्रीम होते हैं, अपना खुद का भी एक ड्रीम होता है, बच्चों के लिए कुछ करना है उसका भी एक ड्रीम होता है अपने को। तो सिंगल के इनकम से ये सारी बातें तो पॉसिबल है नहीं, लेकिन मैं इतना ही कहूंगी कि एक बार खुद को चांस देके देखो कि 149 पे करके देखो। दिस इज अ गोल्डन अपॉर्चुनिटी फॉर यू। एफर्ट्स तो करना ही है, पॉजिटिविटी से देखना है, उसके बाद पेशेंस भी रखना ही है। ये तो सबसे बड़ी बात है कि बिजनेस एकदम 100% लेजिटिमेट है। जो मैं 2 बच्चे संभाल के ये बिजनेस कर पा रही हूँ तो मैं ये जरूर बोलूंगी कि कोई भी कर सकता है ये बिजनेस। यस, डेफिनेटली थैंक यू सो मच। ਤੁਸੀਂ ਜਿੰਨੇ ਵੀ ਸਾਰੇ ਆ ਅੱਜ ਸਾਡੇ ਪੇਜ ਤੇ ਆਏ ਆ ਤੇ ਮੋਸਟ ਆਫ ਲੋਕਾਂ ਦਾ ਮੇਰਾ ਲਾਈਵ ਦੇਖ ਕੇ ਵੀ ਇਹ ਹੁੰਦਾ ਹੈ ਕਿ ਤੁਸੀਂ ਸਿਰਫ ਗੱਲਾਂ ਹੀ ਕਰਦੇ ਹੋ। ਤੇ ਯੈਸ, ਅਸੀਂ ਗੱਲਾਂ ਹੀ ਕਰਨ ਆਏ ਆ। ਸਿਰਫ ਉਹਨਾਂ ਲੋਕਾਂ ਦੀ ਅਸੀਂ ਜਰਨੀ ਸ਼ੇਅਰ ਕਰਦੇ ਆ ਜਿਨ੍ਹਾਂ ਨੇ ਆਪਣਾ ਡਰ ਕੱਢ ਕੇ ਅਜੇ ਬਿਜ਼ਨਸ ਨੂੰ ਜਿਹੜਾ ਅਡਾਪਟ ਕੀਤਾ ਆ, ਬਿਜ਼ਨਸ ਨੂੰ ਸਟਾਰਟ ਕੀਤਾ ਆ ਤੇ ਅੱਜ ਤੁਹਾਡੇ ਸਾਹਮਣੇ। ਕਿਉਂਕਿ ਅਸੀਂ ਬਿਜ਼ਨਸ ਦਾ ਮਾਡਲ ਤੁਹਾਨੂੰ ਪਹਿਲਾਂ ਦੱਸਿਆ, ਅਸੀਂ ਬਿਜ਼ਨਸ ਦਾ ਮਾਡਲ ਕਦੇ ਨਹੀਂ ਦੱਸਦੇ। ਐਂਟਰ ਹੋਣਗੇ ਪਤਾ ਲੱਗੂਗਾ, ਪਰ ਲੋਕਾਂ ਦਾ ਉਹ ਕੀ ਜਰਨੀ ਰਹੀ ਆ, ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਆ। ਕੁਝ ਲੋਕ ਸ਼ਾਇਦ ਸੀ, ਕੋਈਆਂ ਨੂੰ ਨੌਲੇਜ ਨਹੀਂ ਸੀ ਪਰ ਆਪਾਂ ਮੋਸਟ ਆਫ ਜਿੰਨੇ ਵੀ ਸਾਰੇ ਬੈਠੇ ਹੋਏ ਆ, ਆਪਾਂ ਹਮੇਸ਼ਾ ਹੀ ਫੇਸਬੁੱਕ ਤੇ ਸਕਰੋਲ ਕਰਦੇ ਆ, ਟਿਕਟੌਕ ਤੇ ਸਕਰੋਲ ਕਰਦੇ ਆ, ਆਪਾਂ YouTube ਤੇ ਜਿਹੜੀਆਂ ਸ਼ਾਰਟਸ ਵੀਡੀਓ ਸਕਰੋਲ ਕਰਦੇ ਆ। ਬਟ ਉਹਨੇ ਸਾਨੂੰ ਯੂਜ਼ ਕੀਤਾ ਹੈ ਬਹੁਤ ਸਮੇਂ ਤੋਂ। ਅਸੀਂ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਸਾਨੂੰ ਯੂਜ਼ ਕਰਦੇ ਰਹੇ ਆ। ਬਟ ਅੱਜ ਥਰੂ ਆਫ ਦਿਸ ਬਿਜ਼ਨਸ ਅਸੀਂ ਇਹਨਾਂ ਪਲੇਟਫਾਰਮ ਨੂੰ ਕਿੱਦਾਂ ਯੂਜ਼ ਕਰਕੇ ਅਸੀਂ ਬਿਜ਼ਨਸ ਰਨ ਕਰਦੇ ਆ, ਉਹਦੇ ਬਾਰੇ ਜੋ ਚੀਜ਼ਾਂ ਹੈਗੀਆਂ ਸੀ ਅਸੀਂ ਹੁਣ ਬਿਜ਼ਨਸ ਆਪਣਾ ਕਰ ਰਹੇ ਆ ਆਨਲਾਈਨ ਪਲੇਟਫਾਰਮ। ਉਹ ਕਿਸ ਤਰ੍ਹਾਂ ਆ ਆਉਂਗੇ ਤੇ ਫਿਰ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕੱਲੀ ਕੱਲੀ ਦੀ ਦੇਵਾਂਗੇ। ਪਰ ਹੁਣ ਇਹਨਾਂ ਲਈ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਤੁਸੀਂ ਟਾਈਮ ਕੱਢਿਆ। ਨੈਕਸਟ ਲਾਈਵ ਦੇ ਵਿੱਚ ਤੇ ਕਰਦੇ ਆ 2000 ਗੱਲਾਂ। ਤੇ ਥੈਂਕ ਯੂ ਸੋ ਮਚ ਤਰਿੰਦਰ ਦੀਦੀ, ਅਮਨ, ਸੰਦੀਪ, ਕੁਲਵਿੰਦਰ, ਰੇਣੂਕਾ ਦੀਦੀ, ਥੈਂਕ ਯੂ ਸੋ ਮਚ। ਥੈਂਕ ਯੂ ਤੇ ਮਿਲਦੇ ਆ ਨੈਕਸਟ ਲਾਈਵ ਤੇ ਇੱਕ ਹੋਰ ਲਾਈਵ ਦੇ ਨਾਲ। ਥੈਂਕ ਯੂ ਦੀਦੀ। ਇਸ ਵੇਲੇ ਤੁਹਾਡੀ ਪੂਰੀ ਟੀਮ ਆ, ਮੈਂ ਸੱਚ ਲਾਸਟ ਭੁੱਲ ਗਈ, ਤੁਹਾਡੀ ਅੱਜ ਪੂਰੀ ਟੀਮ ਸਪੋਰਟ ਲਈ ਪਹੁੰਚੀ ਹੋਈ ਆ। ਬਹੁਤ ਸਾਰੇ ਨਾਂ ਆ ਤੇ ਮੈਨੂੰ ਲੱਗਦਾ ਅੱਧਾ ਘੰਟਾ ਸਾਨੂੰ ਲਾਈਵ 'ਚ, ਅੱਧਾ ਘੰਟਾ ਮੈਨੂੰ ਲੱਗਦਾ ਨਾਮ ਲੈਣ 'ਚ ਨਿਕਲ ਜਾਣੇ ਆ। ਸੋ ਫਿਰ ਵੀ ਮੈਨੂੰ ਲੱਗਦਾ ਨਾਮ ਲੈਣੇ ਚਾਹੀਦੇ ਆ। ਸਾਡੇ ਨਾਲ ਨੇ ਪਰਵਿੰਦਰ ਦੀਦੀ ਜੋ ਕਿ ਹਜੇ ਨਿਊਲੀ ਜੁਆਇਨ ਕੀਤਾ ਆ ਪਰ ਅੱਜ ਲਾਈਵ ਦੇਖਣ ਲਈ ਆਏ। ਥੈਂਕ ਯੂ ਸੋ ਮਚ ਪਰਵਿੰਦਰ ਦੀਦੀ। ਅੱਜ ਸਾਡੇ ਰਣਜੀਤ ਦੀਦੀ ਨੇ, ਰੁਪਿੰਦਰ ਨੇ, ਸੁਦੀਪ ਸੋਨੂ ਨੇ, ਚਰਨਜੀਤ ਦੀਦੀ ਨੇ, ਨੀਲਮ ਨੇ, ਸੰਤੋਸ਼ ਦੀਦੀ ਨੇ, ਰਣਜੀਤ ਬਲ ਪੁਨੀਆ ਨੇ, ਜੋਤੀ ਨੇ, ਸੁਖਬੀਰ ਨੇ, ਕਮਲ ਦੀਦੀ ਨੇ, ਹਰਜਿੰਦਰ ਨੇ, ਸਿਮਰਨ, ਬਹੁਤ ਸਾਰੇ ਨਾਮ, ਬਹੁਤ ਸਾਰੇ। ਥੈਂਕ ਯੂ ਸੋ ਮਚ, ਥੈਂਕ ਯੂ ਸੰਦੀਪ ਦੀਦੀ, ਹਰਿੰਦਰ ਦੀਦੀ, ਜਿਹਦਾ ਨਹੀਂ ਨਾ ਲਿੱਤਾ ਤੇ ਬਾਅਦ ਚ ਸਾਨੂੰ ਵੇਖਿਆ ਇਹਨਾਂ ਨੇ ਫਿਰ ਸਾਨੂੰ ਫੜਨਾ, ਇਸ ਲਈ ਸਭ ਤੇ ਮੈਂ ਨਾਮ ਲੱਭਣ ਦੀ ਆ। ਮਨਜਿੰਦਰ, ਸੋ ਮੈਨੂੰ ਲੱਗਾ ਕਿ ਸਾਰਿਆਂ ਦੇ ਨਾਮ ਲੈ ਲੈਣੇ ਚਾਹੀਦੇ ਆ, ਨਹੀਂ ਤਾਂ ਫਿਰ ਸਾਨੂੰ ਨਾ ਬਾਅਦ ਚ ਫੜਨਾ, ਤੁਹਾਨੂੰ ਪਤਾ। ਸੋ ਥੈਂਕ ਯੂ ਸੋ ਮਚ। ਜਿਨ੍ਹਾਂ ਦਾ ਨਹੀਂ ਬੋਲ ਪਾਏ ਥੈਂਕ ਯੂ ਸੋ, ਵੀ ਮਾਫ ਕਰਿਓ। ਸੋ ਆਪਾਂ ਕਰਦੇ ਹਾਂ ਗੱਲਬਾਤ ਤੇ ਮਿਲਦੇ ਹਾਂ ਫਿਰ ਨੈਕਸਟ ਲਾਈਵ 'ਚ। ਥੈਂਕ ਯੂ ਸੋ ਮਚ। ਥੈਂਕ ਯੂ।